ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੋਲਾ ਮਰਦਾਨਾ ਮੈਂ ਸੰਗਾ ਪੀਛੇ ਪ੍ਰਸਥਾਨੇ ਸੋ ਮੰਗਾ। ਉੱਚ ਜਹਾਂ ਸੈਯਦ ਬਹੁਬਾਸੀ ਤਹ ਪਹੁੰਚੇ ਸਤਿਗੁਰ ਅਬਨਾਸੀ। ਮੂਲਾ ਮਰਦਾਨਾ ਮੈਂ ਸੰਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ ਜਾਗਦੀ ਜੋਤ। ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਬਹੁਤ ਹੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਹੋ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਲਾਹਾ ਲੈ ਰਹੇ ਹੋ। ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਵਾਨ ਅੰਮ੍ਰਿਤ ਵੇਲੇ ਤੋਂ ਹੀ ਸੱਜ ਰਹੇ ਹੈ। ਸੰਪੂਰਨ ਦਿਨ ਵਿੱਚ ਸਤਿਗੁਰੂ ਜੀ ਆਪਣੇ ਪਾਵਨ ਪਵਿੱਤਰ ਦਰਸ਼ਨ ਦੇ ਕੇ ਸੰਗਤਾਂ ਨੂੰ ਕਿਰਤਾਰਥ ਨਿਹਾਲ ਨਿਤਨੇਮ ਨਾਲ ਹੀ ਕਰਦੇ ਹੈ। ਬੇਅੰਤ ਸੰਗਤਾਂ ਗੁਰੂ ਚਰਨਾਂ ਵਿੱਚ ਵੱਖੋ ਵੱਖਰੇ ਰੂਪਾਂ ਵਿੱਚ ਜੁੜਦੀਆਂ ਹਨ। ਗੁਰੂ ਸਾਹਿਬ ਜੀ ਦੀ ਸੇਵਾ ਕਰਕੇ ਕੁਝ ਬਾਣੀ ਪੜ੍ਹ ਕੇ ਕੁਝ ਸੁਣ ਕੇ ਲਾਹਾ ਲੈ ਰਹੇ ਹੈ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਨਿਤਨੇਮ ਨਾਲ ਹੀ ਜੋ ਸੰਧਿਆ ਦੇ ਸਮੇਂ ਦੇ ਸੋਹਣੇ ਦਰਬਾਰ ਦੀਵਾਨ ਸਜਦੇ ਹੈ ਅਤੇ ਉਹਨਾਂ ਵਿੱਚ ਗੁਰੂ ਕੀਆਂ ਸੰਗਤਾਂ ਜੁੜ ਕੇ ਲਾਹਾ ਲੈਂਦੀਆਂ ਹੈ। ਗੁਰੂ ਸਾਹਿਬ ਜੀ ਦੀ ਸੋ ਦਰ ਰਹਿਰਾਸ ਬਾਣੀ ਤੋਂ ਉਪਰੰਤ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋਂ ਸੰਗਤਾਂ ਦੀ ਸੇਵਾ ਵਿੱਚ ਕਥਾ ਰੂਪ ਵਿੱਚ ਭੇਟ ਕੀਤੀ ਜਾਂਦੀ ਹੈ। ਕਥਾ ਸੋ ਉਸ ਕਥਾ ਦਾ ਸਮਾਂ ਹੋਇਆ ਹੈ। ਗੁਰੂ ਪਿਆਰੀ ਸਾਧ ਸੰਗਤ ਜੀ
ਜਿਵੇਂ ਗੁਰੂ ਸਾਹਿਬ ਮਹਾਰਾਜ ਸਿਆਲਕੋਟ ਵਿੱਚ ਪਹੁੰਚੇ, ਜੋ ਸ੍ਰੀ ਕਰਤਾਰਪੁਰ ਸਾਹਿਬ ਦੇ ਨੇੜੇ ਹੀ ਹੈ, ਅਤੇ ਇੱਥੇ ਜੋ ਕਿ ਹਮਜ਼ਾ ਗੋਸ਼ ਪੀਰ ਸਿਆਲਕੋਟ ਨੂੰ ਗਰਕ ਕਰਨ ਵਾਸਤੇ ਚਲੀਸੇ ਅਤੇ ਮੱਠ ਮਕਾਨ ਵਿੱਚ ਸਮਾਧੀ ਲਾ ਕੇ ਬੈਠੇ ਹੋਏ ਸਨ। ਅਤੇ ਗੁਰੂ ਮਹਾਰਾਜ ਜੀ ਨੂੰ ਜਦੋਂ ਪਤਾ ਲੱਗਾ ਅਤੇ ਉੱਥੇ ਗਏ। ਇਸ ਹਮਜ਼ਾ ਗੋਸ਼ ਪੀਰ ਨੂੰ ਕੋਲ ਬੁਲਾਇਆ ਆਇਆ ਨਹੀਂ, ਜਿਸ ਕਰਕੇ ਜਦੋਂ ਹੀ ਗੁਰੂ ਸਾਹਿਬ ਜੀ ਨੇ ਇਹਦੇ ਮੱਠ ਮਕਾਨ ਵੱਲ ਤੱਕਿਆ, ਦੇਖਿਆ, ਉਸ ਵੇਲੇ ਉਹ ਮੱਠ ਮਕਾਨ ਵਿੱਚ ਤੇੜ ਆ ਗਈ। ਧੁੱਪ ਦੀ ਲੋ ਪੈਣੇ ਕਰਕੇ ਹਮਜ਼ਾ ਗੋਸ਼ ਪੀਰ ਦੀ ਸਮਾਧੀ ਖੁੱਲ੍ਹੀ। ਗੁਰੂ ਸਾਹਿਬ ਜੀ ਪਾਸ ਆਇਆ ਅਤੇ ਕਹਿਣ ਲੱਗਾ ਵੀ ਦਰਵੇਸ਼ ਜੀ, ਤੁਸਾਂ ਨੇ ਆ ਕੀ ਕੀਤਾ ਹੈ? ਮੈਂ ਆਪਣਾ ਇਸ ਸਿਆਲਕੋਟ ਨਗਰ ਨੂੰ ਗਰਕ ਕਰ ਦੇਣਾ ਹੈ। ਗੁਰੂ ਮਹਾਰਾਜ ਕਹਿਣ ਲੱਗੇ ਵੀ ਪੀਰ ਜੀ, ਫਕੀਰ ਜੀ, ਗੱਲ ਕੀ ਹੋਈ ਹੈ? ਫਕੀਰਾਂ ਦਰਵੇਸ਼ਾਂ ਨੂੰ ਤਾਂ ਰੁੱਖਾਂ ਵਰਗਾ ਜੇਰਾ ਰੱਖਣਾ ਚਾਹੀਦਾ ਹੈ, ਐਸੀ ਕਿਹੜੀ ਘਟਨਾ ਹੋ ਗਈ? ਕਹਿਣ ਲੱਗਾ, ਮਹਾਂਪੁਰਸ਼ੋ ਦਰਵੇਸ਼ ਜੀ, ਇਹ ਸਾਰਾ ਨਗਰ ਹੀ ਝੂਠਿਆਂ ਲੋਕਾਂ ਦਾ ਹੈ, ਜ਼ੁਬਾਨ ਕਰਕੇ ਮੁੱਕਰ ਜਾਂਦੇ ਆ। ਇਹ ਲੋਕਾਂ ਨੂੰ ਧਰਤੀ 'ਤੇ ਰਹਿਣ ਦਾ ਕੋਈ ਹੱਕ ਨਹੀਂ ਇੱਥੇ, ਇਸ ਕਰਕੇ ਮੈਂ ਇਹਨਾਂ ਨੂੰ ਛੱਡਾਂਗਾ ਨਹੀਂ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਵੇਖੋ, ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਜਿੱਥੇ ਝੂਠ ਉੱਥੇ ਸੱਚ ਵੀ ਹੈ, ਜਿੱਥੇ ਮਾੜੇ ਲੋਕ ਉੱਥੇ ਸੱਚੇ ਵੀ ਚੰਗੇ ਵੀ ਹੈਗੇ। ਇਹ ਕਹਿਣ ਲੱਗਾ ਨਹੀਂ ਜੀ, ਇੱਥੇ ਸਾਰੇ ਝੂਠੇ ਹੀ ਇਕੱਠੇ ਹੋਏ। ਗੁਰੂ ਮਹਾਰਾਜ ਕਹਿੰਦੇ ਵੀ ਤੈਨੂੰ ਅਸੀਂ ਪਰਖ ਕੇ ਦੱਸ ਦਿੰਦੇ ਹਾਂ, ਜੇ ਤੁਹਾਡਾ ਬਚਨ ਸਹੀ ਹੋਏਗਾ ਤਾਂ ਤੁਸੀਂ ਜੋ ਮਰਜ਼ੀ ਕਰ ਲਿਓ। ਇਸ ਕਰਕੇ ਥੋੜ੍ਹਾ ਧੀਰਜ ਹੌਸਲਾ ਰੱਖੋ। ਫਿਰ ਗੁਰੂ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਇੱਕ ਟਕਾ ਦੇ ਕੇ ਸੋਨੇ ਦਾ ਭੇਜਿਆ ਵੀ ਭਾਈ ਮਰਦਾਨਾ, ਇੱਕ ਸੱਚ ਦਾ ਅਤੇ ਝੂਠ ਦਾ ਸੌਦਾ ਖਰੀਦ ਕੇ ਲੈ ਕੇ ਆ। ਭਾਈ ਮਰਦਾਨਾ ਜੀ ਸਿਆਲਕੋਟ ਦੇ ਸ਼ਹਿਰ ਦੇ ਬਾਜ਼ਾਰ ਵਿੱਚ ਇੱਧਰ ਉੱਧਰ ਬਾਣੀਆਂ ਕੋਲ ਫਿਰਦੇ ਰਹੇ। ਸੌਦਾ ਮੰਗਿਆ, ਕਿਸੇ ਨੇ ਦਿੱਤਾ ਤੇ ਕੋਈ ਨਾ, ਸਗੋਂ ਹੱਸਦੇ ਆ ਵੀ ਇਹ ਕੈਸਾ ਸੌਦਾ ਹੈ। ਚਲੋ ਜ਼ੁਬਾਨ ਨਾਲ ਝੂਠ ਬੋਲਿਆ ਜਾਂਦਾ ਹੈ, ਜ਼ੁਬਾਨ ਨਾਲ ਹੀ ਸੱਚ ਬੋਲਿਆ ਜਾਂਦਾ, ਇਹ ਸੌਦਾ ਕਿਹੜਾ ਆ ਗਿਆ ਹੈ। ਅਖੀਰੇ ਇੱਕ ਬਾਣੀਆ ਜੋ ਭਾਈ ਮੂਲਾ ਸੀ, ਉਹਦੇ ਦੁਕਾਨ 'ਤੇ ਚਲੇ ਗਏ ਅਤੇ ਉਸ ਨੇ ਟਕਾ ਹੱਥ ਵਿੱਚ ਲੈ ਲਿਆ ਅਤੇ ਵਿਸਥਾਰ ਨਾਲ ਉਹ ਸਮਝ ਨਾਲ ਲਿਖ ਦਿੱਤਾ 2 ਪਰਚੀਆਂ, ਅਤੇ ਇੱਕ 'ਤੇ ਲਿਖ ਦਿੱਤਾ ਵੀ ਜਿਉਣਾ ਝੂਠ ਅਤੇ ਮਰਨਾ ਸੱਚ ਹੈ। ਇਹ ਦੋਵੇਂ ਪਰਚੀਆਂ ਲੈ ਕੇ ਭਾਈ ਮਰਦਾਨਾ ਜੀ ਸਤਿਗੁਰੂ ਜੀ ਪਾਸ ਪਹੁੰਚ ਗਿਆ। ਇੱਥੇ ਆ ਕੇ ਗੁਰੂ ਸਾਹਿਬ ਜੀ ਨੂੰ ਪਰਚੀਆਂ ਦਿੱਤੀਆਂ। ਮਹਾਰਾਜ ਵੇਖ ਲਓ, ਸੌਦਾ ਲੈ ਕੇ ਆਇਆ ਮੈਂ, ਦੇਖੋ ਚੰਗਾ ਕਿ ਨਹੀਂ ਚੰਗਾ ਹੈ। ਗੁਰੂ ਮਹਾਰਾਜ ਜੀ ਨੇ ਦੇਖਿਆ ਅਤੇ ਕਿਹਾ ਵੀ ਮਰਦਾਨਾ, ਸੌਦਾ ਤਾਂ ਬਿਲਕੁਲ ਚੰਗਾ ਖਰਾ ਹੀ ਹੈ। ਜਿਸ ਨੂੰ ਜਿਹੜਾ ਇਹ ਵੇਚਣ ਵਾਲਾ ਸੌਦਾ, ਉਹਨੂੰ ਵੀ ਬੁਲਾ ਕੇ ਲਿਆਓ ਇੱਥੇ। ਫਿਰ ਉਹ ਉਸੇ ਤਰ੍ਹਾਂ ਜਾ ਕੇ ਕਿਹਾ। ਭਾਈ ਮੂਲਾ ਆ ਗਿਆ ਇੱਥੇ ਅਤੇ ਗੁਰੂ ਮਹਾਰਾਜ ਜੀ ਨੇ ਕਿਹਾ ਵੀ ਇਹਨੇ ਮੱਥਾ ਟੇਕਿਆ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਤੁਹਾਡਾ ਨਾਮ ਕੀ ਹੈ ਸ਼ਾਹੂਕਾਰਾ? ਕਹਿੰਦਾ ਜੀ ਮੇਰਾ ਨਾਮ ਮੂਲਾ ਕਰਕੇ ਹੈ। ਅਤੇ ਗੁਰੂ ਮਹਾਰਾਜ ਕਹਿੰਦੇ ਵੀ ਇਹ ਭਾਈ ਮੂਲਾ, ਜੋ ਇੱਥੇ ਪਰਚੀਆਂ 'ਤੇ ਲਿਖਿਆ ਹੈ ਵੀ ਜਿਉਣਾ ਝੂਠ ਮਰਨਾ ਸੱਚ, ਕੀ ਦਾ ਨਿਸ਼ਚਾ ਹੈ ਦ੍ਰਿੜ? ਇਹ ਗੱਲ ਪੱਕੀ ਤੁਹਾਡੇ ਹਿਰਦੇ ਵਿੱਚ ਗਿਆਨ ਹੈਗਾ ਐਸਾ? ਕਹਿਣ ਲੱਗੇ ਮਹਾਰਾਜ, ਗਿਆਨ ਗੁਣ ਤਾਂ ਐਸਾ ਕੋਈ ਹੈਗਾ ਨਹੀਂ ਹੈ। ਆ ਮਾਇਆ ਦਾ ਲੋਭ ਕਰਕੇ ਮੈਂ ਲਿਖ ਦਿੱਤਾ ਬਣਾ ਸਵਾਰ ਕੇ। ਉਂਝ ਚਾਹਨਾ ਮੇਰੀ ਹੈਗੀ ਹੈ ਵੀ ਐਸਾ ਗਿਆਨ ਹੋਵੇ, ਪਰ ਆਪ ਜੀ ਵਰਗੇ ਪੂਰਨ ਸੰਤਾਂ ਤੋਂ ਬਿਨਾਂ ਇਹ ਗਿਆਨ ਕਦੀ ਹੋ ਨਹੀਂ ਸਕਦਾ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਜੇ ਐਸਾ ਗਿਆਨ ਚਾਹੁੰਦੇ ਹੋ ਤਾਂ ਚਲੋ ਸਾਡੇ ਨਾਲ ਹੀ। ਐਵੇਂ ਸਿਆਲਕੋਟ ਦੇ ਵਿੱਚ ਜਿੱਥੇ ਮਹਾਰਾਜ ਬਿਰਾਜਮਾਨ ਹੋਏ ਸੀ, ਉਹ ਬੇਰੀ ਦੇ ਹੇਠਾਂ ਹੀ ਜਾ ਕੇ ਬਿਰਾਜੇ ਸਨ।
ਬਾਬੇ ਦੀ ਬੇਰ ਸਾਹਿਬ ਗੁਰਦੁਆਰਾ ਸਾਹਿਬ ਦਾ ਨਾਮ ਸੀ। ਹੁਣ ਕਹਿੰਦੇ ਉਹ ਬੇਰੀ ਵੀ ਪੁੱਟ ਦਿੱਤੀ ਹੈ, ਗੁਰਦੁਆਰਾ ਸਾਹਿਬ ਵੀ ਢਾਹ ਢੂਹ ਦਿੱਤਾ ਮੁਸਲਮਾਨਾਂ ਨੇ। ਜਿਸ ਮੱਠ ਵਿੱਚ ਹਮਜ਼ਾ ਗੋਸ਼ ਪੀਰ ਚਲੀਸਾ ਕੱਟ ਰਹੇ ਸਨ, ਉਹ ਮੱਠ ਵੀ ਨੇੜੇ ਹੀ ਸੀ। ਅੱਜ ਕੱਲ੍ਹ ਉਹ ਨਿਸ਼ਾਨੀਆਂ ਸ਼ਾਇਦ ਹੁਣ ਹੈਗੀਆਂ ਨਹੀਂ ਹੈ, ਪਾਕਿਸਤਾਨ ਬਣਨੇ ਕਰਕੇ। ਇੱਥੋਂ ਫਿਰ ਸਤਿਗੁਰੂ ਜੀ ਭਾਈ ਮੂਲੇ ਨੂੰ ਨਾਲ ਲੈ ਕੇ, ਨਾਲ ਭਾਈ ਮਰਦਾਨਾ, ਭਾਈ ਬਾਲਾ ਜੀ ਹੈ, ਅਤੇ ਗੁਰੂ ਸਾਹਿਬ ਬਹਾਵਲਪੁਰ ਜਿਹੜੀ ਰਿਆਸਤ ਹੈ, ਇੱਥੇ ਨਸ਼ਹਿਰੇ ਨਗਰ ਚਲੇ ਗਏ, ਜਿੱਥੇ ਇੱਕ ਪਖੰਡੀ ਫਕੀਰ ਜਿਹੜਾ ਬੜਾ ਪਖੰਡ ਰਚਦਾ ਸੀ ਵੀ ਜਦੋਂ ਚੰਦਰਮਾ ਦੀ ਦੂਸਰੀ ਥਿੱਤ ਹੁੰਦੀ, ਦੂਜ ਦਾ ਚੰਦਰਮਾ ਹੁੰਦਾ, ਅਤੇ ਲੋਕ ਇਹਦੇ ਕੋਲ ਬੜੇ ਆਉਂਦੇ, ਬੜੀਆਂ ਭੇਟਾਵਾਂ ਚਾੜ੍ਹਦੇ ਲੋਕ ਆ ਕੇ, ਅਤੇ ਕਿਸੇ ਨੂੰ ਦਿਖਾਈ ਨਹੀਂ ਸੀ ਦਿੰਦਾ, ਮਕਾਨ 'ਚ ਵੜ ਜਾਂਦਾ। ਅਤੇ ਲੋਕਾਂ ਵਿੱਚ ਇਹਨੇ ਇਹ ਗੱਲ ਕਹੀ ਹੋਈ ਸੀ ਵੀ ਅੱਜ ਦੇ ਦਿਨ ਮੈਨੂੰ ਖੁਦਾ ਆ ਕੇ ਦਰਸ਼ਨ ਦਿੰਦਾ ਹੈ, ਮੈਂ ਸਹੁ ਸੁਹਾਗਣ ਹਾਂ, ਭਾਵ ਕਿ ਮੈਂ ਖੁਦਾ ਦੀ ਘਰ ਵਾਲੀ ਹਾਂ, ਮੇਰਾ ਮਾਲਕ ਪਤੀ ਖੁਦਾ ਹੈ, ਪਰਮੇਸ਼ਰ ਹੈ, ਅਤੇ ਮੈਂ ਉਹਦੀ ਘਰ ਵਾਲੀ ਹਾਂ। ਅੱਜ ਦੇ ਦਿਨ ਮੈਨੂੰ ਉਹੀਓ ਆ ਕੇ ਮਿਲਦਾ ਹੈ। ਲੋਕ ਵਿਚਾਰੇ ਹੁਣ ਭੋਲੇ ਭਾਲੇ ਹੈ, ਕੀ ਪਤਾ ਕੌਣ ਕਿਹਨੂੰ ਮਿਲਦਾ ਹੈ। ਇਹ ਗੱਲ ਪਿੱਛੇ ਲੋਕ ਬੜੇ ਮੱਥੇ ਟੇਕਣ, ਭੇਟਾਵਾਂ, ਮਠਿਆਈਆਂ, ਸੀਰਨੀਆਂ, ਚੂਰੀਆਂ, ਹੋਰ ਬੜੇ ਚੜ੍ਹਾਵੇ, ਫਲ ਫਰੂਟ ਇਹਨੂੰ ਚੜ੍ਹਾਉਣ, ਇਹ ਦਿਨ ਚੜ੍ਹਾਇਆ ਕਰਨ। ਇਹਦਾ ਚੰਗਾ ਹੀ ਜਿਹੜਾ ਸਥਾਨ ਬਣਾਇਆ ਹੋਇਆ ਸੀ ਇਹਨੇ। ਇਵੇਂ ਸਾਧ ਸੰਗਤ ਜੀ, ਉਹ ਫਿਰ ਇੱਕ ਦਿਨ ਸਤਿਗੁਰੂ ਜੀ ਦਾ ਪਖੰਡ ਨਾਸ਼ ਕਰਨ ਵਾਸਤੇ ਉਸ ਨਸ਼ਹਿਰੇ ਨਗਰ ਕਿਸੇ ਬਜ਼ੁਰਗ ਮਾਈ ਦੇ ਘਰ ਜਾ ਡੇਰਾ ਕੀਤਾ। ਬੜੇ ਢੋਲ ਢਮੱਕੇ, ਨਗਾਰੇ, ਧੌਂਸੇ ਵੱਜ ਰਹੇ ਸਨ। ਗੁਰੂ ਸਾਹਿਬ ਜੀ ਨੇ ਕਿਹਾ ਵੀ ਇਹ ਕੌਣ ਹੈ ਮਾਤਾ, ਇਹਨਾਂ ਸ਼ੋਰ ਸ਼ਰਾਬਾ ਕਾਹਦਾ ਹੋ ਰਿਹਾ ਸ਼ਹਿਰ ਵਿੱਚ, ਲੋਕ ਵੀ ਬੜੇ ਇਕੱਠੇ ਹੋਏ। ਮਾਤਾ ਜੀ ਕਹਿਣ ਲੱਗੇ ਵੀ ਮਹਾਰਾਜ ਇੱਥੇ ਫਕੀਰ ਇੱਕ ਸਹੁ ਸੁਹਾਗਣ, ਅਤੇ ਉਹ ਬਹੁਤ ਤਕੜਾ ਫਕੀਰ ਹੈ। ਅੱਜ ਦੇ ਦਿਨ ਬਹੁਤ ਉੱਥੇ ਆਨੰਦ ਮੇਲੇ ਲੱਗਦੇ ਉਹਦੇ ਘਰ ਦੇ ਅੱਗੇ। ਗੁਰੂ ਮਹਾਰਾਜ ਜੀ ਨੂੰ ਜਦੋਂ ਨਾਮ ਦੱਸਿਆ ਵੀ ਸਹੁ ਸੁਹਾਗਣ, ਮਹਾਰਾਜ ਤੇ ਹੱਸੇ, ਕਹਿੰਦੇ ਚੱਲ ਮਰਦਾਨਿਆ ਉੱਥੇ ਚੱਲੀਏ, ਵੇਖੀਏ ਕਿਹੜਾ ਸਹੁ ਸੁਹਾਗਣ ਹੈ। ਇੱਥੇ ਆਏ, ਬੜੀਆਂ ਭੀੜਾਂ ਲੱਗੀਆਂ। ਜਦੋਂ ਇਹਦੇ ਮਕਾਨ ਵਿੱਚ ਪ੍ਰਵੇਸ਼ ਕਰਨ ਲੱਗੇ ਹੈ, ਇਹ ਅੰਦਰ ਫੁੱਲਾਂ ਦੀ ਸੇਜ ਵਿਛਾ ਕੇ, ਸਲਵਾਰ ਇਹਨੇ ਪਾਈ, ਗਹਿਣੇ ਗੱਟੇ, ਸੁਰਖੀ ਪਾਊਡਰ, ਜਿਵੇਂ ਕਿ ਇਸਤਰੀ ਦਾ ਸ਼ਿੰਗਾਰ ਪੂਰਾ ਕੀਤਾ, ਅਤੇ ਗੁਰੂ ਸਾਹਿਬ ਜੀ ਦਰਵਾਜ਼ੇ ਵਿੱਚ ਪ੍ਰਵੇਸ਼ ਕਰਨ ਲੱਗੇ। ਇਹਦੇ ਦਰਬਾਨ 'ਚ ਹੀ ਲੋਕਾਂ ਨੇ ਰੋਕ ਦਿੱਤਾ। ਕਹਿੰਦੇ ਫਕੀਰ ਜੀ ਇੱਥੇ ਕਿਸੇ ਨੂੰ ਆਗਿਆ ਨਹੀਂ ਹੈ ਸਾਡੇ ਸਹੁ ਸੁਹਾਗਣ ਦੀ ਅੰਦਰ ਆਉਣ ਦੀ, ਉਹਨਾਂ ਮਨ੍ਹਾ ਕੀਤਾ ਹੋਇਆ। ਗੁਰੂ ਮਹਾਰਾਜ ਕਹਿਣ ਲੱਗੇ ਵੀ ਮਰਦਾਨਾ ਚੱਲ ਇੱਥੋਂ, ਇੱਥੇ ਤੇ ਪਖੰਡ ਇਕੱਠਾ ਹੋਇਆ, ਕੁਝ ਨਹੀਂ ਹੈਗਾ ਇੱਥੇ। ਇਹ ਕਹਿੰਦੇ ਜਿਹੜਾ ਕਪਟ ਕੀਤਾ ਹੁਣ ਇਹਦਾ ਨਾਸ ਹੋ ਜਾਏਗਾ। ਇਹੀ ਬਚਨ ਕਰਕੇ ਗੁਰੂ ਸਾਹਿਬ ਨੇ ਪੇਠੀ ਅਜੇ ਦਿੱਤੀ ਹੈ। ਮਗਰੋਂ ਕਿਸੇ ਨੇ ਕਿਤੇ ਗਾਲ ਗੂਲ ਕੱਢ ਦਿੱਤੀ ਉੱਥੇ ਭੀੜ 'ਚ ਹੀ, ਅਤੇ ਲੜਾਈ ਝਗੜਾ ਹੋ ਗਿਆ। ਜਿੱਥੇ ਲੋਕਾਂ ਨੇ ਫਲ ਫਰੂਟ ਫੜੇ ਉੱਥੇ ਕਿਰਪਾਨਾਂ ਹੀ ਲਿਸ਼ਕਣ। ਫਿਰ ਆਪੋ ਵਿੱਚ ਹੀ ਉਹ ਘਮਸਾਨ ਦਾ ਜੰਗ ਯੁੱਧ ਹੀ ਛਿੜ ਪਿਆ। ਮਾਰ ਦਿੱਤੇ, ਕਈਆਂ ਦੇ ਅੰਗ ਪੈਰ ਕੱਟ ਦਿੱਤੇ, ਕੋਈ ਡਿੱਗਦੇ ਫਿਰਨ ਉੱਥੇ ਖੂਨ ਖੂਨ ਹੋ ਗਿਆ। ਲੁੱਟ ਖਸੁੱਟ ਸ਼ੁਰੂ ਹੋ ਗਈ, ਇੱਕ ਦੂਜੇ ਦੀਆਂ ਚੀਜ਼ਾਂ। ਅਖੀਰੀ ਕੁਝ ਤੇ ਬਹੁਤੇ ਅੜਬੀ ਸਨ, ਉਹ ਧੱਕਾ ਜਿਹਾ ਮਾਰ ਕੇ ਇਹਦਾ ਦਰਵਾਜ਼ਾ ਭੰਨ ਕੇ ਅੰਦਰ ਵੜ ਗਏ। ਇਹ ਅੰਦਰ ਹੋਰ ਹੀ ਇੱਕ ਇਸਤਰੀ ਨਾਲ ਕੇਲ ਕਰੀੜਾ ਕਰ ਰਿਹਾ ਸੀ, ਭਾਵ ਕਿ ਹੈ ਇਹੋ ਕੰਮ ਵਾਲਾ, ਅਤੇ ਕਹਿੰਦਾ ਵੀ ਮੈਂ ਅੱਜ ਖੁਦਾ ਦੇ ਦਰਸ਼ਨ ਕਰਦਾ ਹਾਂ। ਇਹਦਾ ਪਰਦਾ ਫਾਸ਼ ਹੋ ਗਿਆ। ਫਿਰ ਉਹ ਪੁਰਸ਼ਾਂ ਨੇ ਬੜਾ ਕੁੱਟਿਆ, ਡੰਡੇ ਮਾਰ ਮਾਰ ਕੇ ਅਤੇ ਗਲ ਤੋਂ ਫੜ ਕੇ ਬਾਹਰ ਕੱਢਿਆ। ਕਹਿੰਦੇ ਝੂਠਿਆ ਲੁੱਚਿਆ, ਤੂੰ ਆ ਕੇ ਅੰਦਰ ਕਰਦਾ ਹੈ।
ਤੇ ਲੋਕਾਂ ਵਿੱਚ ਤੇਰਾ ਸਤਿਕਾਰ ਹੋ ਰਿਹਾ ਵੀ 100 ਸੁਹਾਗਣ ਖੁਦਾ ਦੇ ਦਰਸ਼ਨ ਕਰਦਾ ਹੈ। ਫਿਰ ਤੈਨੂੰ ਧੂਈ ਫਿਰਨ 4 ਚੁਫੇਰੇ। ਇਹਦੀ ਬੜੀ ਨਰਾਦਰੀ ਹੋਈ। ਵਿਚਾਰਨ ਲੱਗਾ ਵੀ ਮਨਾ ਤੂੰ ਉਹਨਾਂ ਸੰਤਾਂ ਨੂੰ ਨਰਾਦਰ ਕੀਤਾ ਹੈ, ਤਾਂ ਹੀ ਤੈਨੂੰ ਇਹ ਭੋਗਣਾ ਪਿਆ। ਤੂੰ ਉਹਨਾਂ ਦਾ ਨਰਾਦਰ ਕੀਤਾ ਅਤੇ ਤੇਰਾ ਇੱਧਰ ਆਦਰ ਚਲਿਆ ਗਿਆ ਹੈ। ਇਹ ਆਪਣੀ ਕਰਨੀ ਦਾ ਫਲ ਤੂੰ ਪਾ ਲਿਆ ਹੈ। ਫਿਰ ਨਸ਼ਹਿਰੇ ਨਗਰ ਵਿੱਚ ਹੀ ਇਹ ਸ਼ਰਮਿੰਦਿਆਂ ਵਾਂਗ ਤੁਰਦਾ ਫਿਰਦਾ ਰਿਹਾ, ਛੱਡ ਕੇ ਕਿਤੇ ਨਹੀਂ ਗਿਆ। ਇਹੋ ਜਿਹੇ ਜਿਹੜੇ ਪਖੰਡੀ ਲੋਕ ਉਦੋਂ ਵੀ ਸਤਿਗੁਰੂ ਜੀ ਸਮੇਂ ਵੀ ਸਨ, ਜਿਨ੍ਹਾਂ ਦੇ ਪਰਦੇ ਫਾਸ ਕੀਤੇ ਮਹਾਰਾਜ ਜੀ ਨੇ ਸਿੱਧੇ ਰਾਹੇ ਪਾਏ। ਹੁਣ ਵੀ ਉਹੀ ਕੁਝ ਝੂਠੇ ਸੰਤ ਬਣ ਕੇ ਇਹੋ ਜਿਹੇ ਉਹ ਕੰਮ ਕਰਮ ਕਿਰਿਆ ਕਰਦੇ ਹੈ। ਕਈ ਜਿਹੜੇ ਜਿਨ੍ਹਾਂ ਦਾ ਨਾਮ ਸੀ ਰਾਮ ਰਹੀਮ, ਨਾਮ ਉਹਨਾਂ ਨੇ ਦੋਵੇਂ ਧਰਮਾਂ ਦੇ ਇਕੱਠੇ ਰਖਾਏ ਵੀ ਅਸੀਂ ਹਿੰਦੂਆਂ ਦੇ ਵੀ ਰਖਵਾਲੇ ਹਾਂ ਅਤੇ ਮੁਸਲਮਾਨਾਂ ਦੇ ਵੀ ਰਖਵਾਲੇ, ਅਤੇ ਰਖਵਾਲੇ ਉਹ ਆਪਣੇ ਆਪ ਦੇ ਨਹੀਂ। ਹੁਣ ਆਪ ਵੀ ਜੇਲ੍ਹਾਂ ਵਿੱਚ ਤੁਰੇ ਫਿਰਦੇ ਹੈ। ਆਸਾ ਰਾਮ ਵਰਗੇ ਜਿਹੜੇ ਕਹਿੰਦੇ ਮੈਂ ਕ੍ਰਿਸ਼ਨ ਭਗਵਾਨ ਰਾਸ ਲੀਲਾ ਖੇਡਦਾ ਹਾਂ, ਅਤੇ ਉਹਨੂੰ ਵੀ ਬੁੱਢੇ ਨੂੰ ਗਲੋਂ ਫੜ ਕੇ ਥਾਣੇ ਵਿੱਚ ਉੱਥੇ ਜੇਲ੍ਹ 'ਚ ਸੁੱਟਿਆ ਹੋਇਆ ਹੈ। ਇਹੋ ਜਿਹੇ ਹੋਰ ਕਈ ਆਸੂਤੋਸ਼ ਪਤਾ ਨਹੀਂ ਕਿੰਨੇ ਕੁ ਜਾਣੇ ਹੈ। ਕਈ ਸਤਿਗੁਰੂ ਬਣੀ ਫਿਰਦੇ ਹੈ, ਕੋਈ ਰਾਮ ਜੀ ਬਣਿਆ ਹੈ, ਕੋਈ ਕ੍ਰਿਸ਼ਨ ਬਣਿਆ ਹੈ। ਰੀਸਾਂ ਕਰੇ ਤੇ ਨਾੜੀਆਂ ਜੋ ਸੇਵਹਿ ਦਰ ਖੜੀਆ। ਕਿੱਥੇ ਸ਼੍ਰੀ ਰਾਮ ਚੰਦਰ ਭਗਵਾਨ ਜੀ, ਕਿੱਥੇ ਸ਼੍ਰੀ ਕ੍ਰਿਸ਼ਨ ਜੀ, ਅਤੇ ਕਿੱਥੇ ਗੁਰੂ ਸਾਹਿਬਾਨ। ਅਤੇ ਲੋਕ ਉਹਨਾਂ ਸਤਿਗੁਰਾਂ ਦੀਆਂ ਨਕਲਾਂ ਲਾ ਕੇ ਅਤੇ ਆਪ ਗੁਰੂ ਪੀਰ ਸੰਤ ਬਣ ਕੇ ਅਤੇ ਮਾੜੇ ਕੰਮ ਅੰਦਰੇ ਕਮਾਈ ਜਾਂਦੇ ਹੈ। ਅੰਤ ਨੂੰ ਕੋਈ ਜੈ ਜੈਕਾਰ ਤਾਂ ਹੋਣੀ ਨਹੀਂ। ਜਿਵੇਂ 100 ਸੁਹਾਗਣ ਦੇ ਛਿੱਤਰ ਪੋਲਾ ਹੋਇਆ, ਇਸੇ ਤਰ੍ਹਾਂ ਉਹਨਾਂ ਲੋਕਾਂ ਦਾ ਹੋਣਾ ਹੈ। ਗੁਰੂ ਸਾਹਿਬ ਵੀ ਕਿਰਪਾ ਕਰਨ, ਮੰਦੀ ਮੱਤ ਨੂੰ ਤਿਆਗ ਕੇ ਅਤੇ ਗੁਰਮਤਿ ਵੱਲ ਅਸੀਂ ਆਈਏ, ਜਿਸ ਕਰਕੇ ਸਾਡਾ ਸਾਧ ਸੰਗ ਜਨਮ ਸਫਲਾ ਹੋ ਸਕੇ। ਅੱਗੇ ਜਿਵੇਂ ਬਹਾਵਲਪੁਰ ਦੀ ਰਿਆਸਤ ਵਿੱਚ ਹੋਰ ਪ੍ਰਸੰਗ ਹੋਇਆ। ਉੱਚ ਦੇ ਪੀਰ ਜਲਾਲਦੀਨ ਨਾਲ ਸਤਿਗੁਰ ਜੀ ਦੀ ਭੇਟ ਹੋਈ। ਉਹ ਪ੍ਰਸੰਗ ਵਿਸਥਾਰ ਨਾਲ ਆ ਰਹੇ, ਆਪਾਂ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੂਲਾ ਮਰਦਾਨਾ ਮੈਂ ਸੰਗਾ। ਇਵੇਂ 100 ਸੁਹਾਗਣ ਦਾ ਪਰਦਾ ਫਾਸ ਕਰਕੇ ਗੁਰੂ ਸਾਹਿਬ ਜੀ ਨੇ ਅੱਗੇ ਚੱਲਣਾ ਕੀਤਾ। ਅਤੇ ਭਾਈ ਬਾਲਾ ਜੀ ਕਹਿੰਦੇ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਇੱਕ ਤੇ ਮੈਂ ਨਾਲ ਭਾਈ ਬਾਲਾ, ਦੂਸਰੇ ਭਾਈ ਮਰਦਾਨਾ ਜੀ। ਪਿਛੇ ਪ੍ਰਸਥਾਨੇ ਸੋ ਮੰਗਾ। ਅਤੇ ਮੂਲਾ ਭਾਈ ਮੂਲਾ ਜੀ ਵੀ ਨਾਲ ਹੀ। ਪਿਛੇ ਪ੍ਰਸਥਾਨੇ ਸੋ ਅਮੰਗਾ, ਕਹਿੰਦੇ ਪਿੱਛੇ ਸਤਿਗੁਰੂ ਜੀ ਦੇ ਬੜੇ ਪ੍ਰੇਮ ਉਤਸ਼ਾਹ ਨਾਲ ਚੱਲੇ ਜਾਂਦੇ ਸਾਂ। ਉੱਚ ਜਹਾਂ ਸੈਯਦ ਬਹੁਵਾਸੀ, ਕਹਿੰਦੇ ਜਿੱਥੇ ਉੱਚ ਜਾਤ ਦੇ ਬੜੇ ਉੱਚੇ ਪੀਰ ਸੈਯਦ ਵਸਦੇ ਸਨ। ਤਹ ਪਹੁੰਚੇ ਸਤਿਗੁਰ ਅਬਨਾਸੀ। ਇਹ ਗੁਰੂ ਸਾਹਿਬ ਜੀ, ਇਹ ਜੋ ਬਹਾਵਲਪੁਰ ਦੀ ਰਿਆਸਤ ਹੈ, ਅਤੇ ਇੱਥੇ ਉੱਚ ਦੇ ਪੀਰ ਜਲਾਲਦੀਨ ਹੋਣੀ ਰਹਿੰਦੇ ਸਨ। ਬਹੁਤ ਹੋਰ ਵੀ ਸੈਯਦ ਪੀਰ ਵਸਦੇ ਸੀ। ਕਹਿੰਦੇ ਸਤਿਗੁਰੂ ਸਾਹਿਬ ਜੀ ਅਬਿਨਾਸੀ ਗੁਰੂ ਨਾਨਕ ਸਾਹਿਬ ਜੀ ਉੱਥੇ ਜਾ ਪਹੁੰਚੇ। ਲਹਿਰ ਨਗਰ ਤੇ ਆਸ਼ਰਮ ਲਾਈ। ਇਵੇਂ ਗੁਰੂ ਸਾਹਿਬ ਜੀ ਬਹਾਵਲਪੁਰ ਰਿਆਸਤ ਜਿੱਥੇ ਨਗਰ ਪੀਰ ਰਹਿੰਦੇ ਸਨ, ਉੱਥੋਂ ਹੀ ਨਗਰ ਤੋਂ ਬਾਰ ਹੀ ਡੇਰਾ ਲਾ ਲਿਆ। ਬੈਠ ਗਏ ਪੁਨ ਨਿਸ ਹੋਇ ਆਈ। ਗੁਰੂ ਸਾਹਿਬ ਜੀ ਬੈਠ ਗਏ
ਤੇ ਜਿਹੜੀ ਹੈ ਰਾਤ ਹੋ ਆਈ। ਵੱਡੀ ਭੋਰ ਤੇ ਕਰ ਇਸਨਾਨਾ। ਜਦੋਂ ਅੰਮ੍ਰਿਤ ਵੇਲਾ ਹੋਇਆ, ਪਹਿਰ ਰਾਤ, ਸਵਾ ਪਹਿਰ ਰਾਤ ਰਹਿੰਦਿਆਂ ਵੱਡੀ ਸਵੇਰੀ ਗੁਰੂ ਸਾਹਿਬ ਜੀ ਨੇ ਇਸ਼ਨਾਨ ਕਰਕੇ ਭਲਾ ਗਿਰਾ ਉੱਚੀ ਧੁਨ ਕਾਨਾ। ਉੱਚੀ ਧੁਨੀ ਆਵਾਜ਼ ਵਿੱਚ ਸਤਿਗੁਰੂ ਸਾਹਿਬ ਜੀ ਜੋ ਜਪਜੀ ਸਾਹਿਬ ਬਾਣੀ ਹੈ ਉਸ ਨੂੰ ਪੜ੍ਹ ਰਹੇ ਸਨ। ਤਬ ਇੱਕ ਸਿੰਧੀ ਤਿਹ ਥਲ ਆਇਓ। ਤਦੋਂ ਉੱਚ ਦੇ ਪੀਰ ਦਾ ਇੱਕ ਸਿੰਧੀ ਮੁਰੀਦ ਚੱਲ ਕੇ ਉਸ ਥਾਂ ਆ ਗਿਆ। ਸੁਨ ਨ ਹੇਤ ਠਹਿਰਿਓ ਹਿਤ ਲਾਇਓ। ਗੁਰੂ ਸਾਹਿਬ ਜੋ ਜਪਜੀ ਸਾਹਿਬ ਬਾਣੀ ਪੜ੍ਹ ਰਹੇ ਸਨ, ਉਸ ਬਾਣੀ ਨੂੰ ਸੁਣਨ ਵਾਸਤੇ ਠਹਿਰ ਗਿਆ ਤੇ ਗੁਰਬਾਣੀ ਸੁਣਨ ਵਿੱਚ ਬੜਾ ਹਿਤ ਪ੍ਰੇਮ ਲਾਇਆ ਹੈ। ਬਚਨ ਸੁਣਤ ਸਮਝਤ ਭਲ ਰੀਤੀ। ਗੁਰਬਾਣੀ ਦੇ ਇੱਕ ਇੱਕ ਬਚਨ ਨੂੰ ਸੁਣਦਾ ਹੈ, ਫਿਰ ਸਮਝਦਾ ਹੈ ਬੜੀ ਚੰਗੀ ਰੀਤੀ ਨਾਲ ਵੀ ਸਮਝ ਪੈ ਜਾਏ। ਰਹਿਓ ਠਾਂਡ ਹੋਇ ਔਰ ਧਰ ਪ੍ਰੀਤੀ। ਹਿਰਦੇ ਵਿੱਚ ਬੜੀ ਪ੍ਰੀਤੀ ਧਾਰ ਕੇ ਤੇ ਇੱਕ ਥਾਂ ਹੀ ਸਾਵਧਾਨ ਹੋ ਕੇ ਖੜਾ ਰਿਹਾ ਇਹ ਸਿੰਧੀ ਮੁਰੀਦ। ਗੁਰਮੁਖ ਨਾਦੰ ਗੁਰਮੁਖ ਵੇਦੰ। ਗੁਰੂ ਸਾਹਿਬ ਜੀ ਜਪਜੀ ਸਾਹਿਬ ਪੜ੍ਹਦਿਆਂ ਤੁਕ ਤੇ ਪੜ੍ਹ ਰਹੇ ਸਨ ਵੀ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ। ਵੀ ਜਿਹੜੇ ਗੁਰਮੁਖ ਹੁੰਦੇ ਹੈ ਉਹ ਗੁਰੂਮੁਖ ਦੁਆਰਾ ਨਾਦੰ ਕਹੀਏ ਉਪਦੇਸ਼ ਲੈ ਕੇ ਉਸ ਬ੍ਰਹਮ ਵਿੱਚ ਜੁੜਦੇ ਹੈ। ਗੁਰਮੁਖ ਵੇਦੰ ਗੁਰਮੁਖ ਜਿਹੜੇ ਹੈ ਉਹ ਗੁਰੂ ਮੁਖ ਦੁਆਰਾ ਉਪਦੇਸ਼ ਲੈ ਕੇ ਤੇ ਵੇਦਨ ਗਿਆਨ ਦੇ ਦੁਆਰਾ ਪਰਮੇਸ਼ਰ ਵਾਹਿਗੁਰੂ ਵਿੱਚ ਜੁੜਦੇ ਹਨ। ਜਬ ਇਹ ਉਚਰਿਓ ਪ੍ਰਭੂ ਭੇਦੰ। ਭੇਦ ਤੋਂ ਰਹਿਤ ਪਰਮੇਸ਼ਰ ਰੂਪ ਗੁਰੂ ਸਾਹਿਬ ਜੀ ਨੇ ਜਦੋਂ ਇਸ ਤੁਕ ਨੂੰ ਉਚਾਰਿਆ ਹੈ, ਜਪਿਆ ਪੜ੍ਹਿਆ ਹੈ ਵੀ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ। ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਅਰਥ ਨਾ ਸਮਝ ਸਕਿਓ ਕਛ ਤਾਹੀ। ਉਹ ਸਿੰਧੀ ਮੁਰੀਦ ਪੀਰ ਦਾ ਕੁਝ ਇਸ ਤੁਕ ਦਾ ਅਰਥ ਨਾ ਸਮਝ ਸਕਿਆ ਵੀ ਇਹ ਅਰਥ ਕੀ ਹੈ ਇਸ ਬਚਨਾਂ ਦਾ। ਰਹਿਓ ਵਿਚਾਰ ਬਹੁਤ ਮਨ ਮਾਹੀ। ਉਂਝ ਵਿਚਾਰਾ ਸੋਚ ਵਿਚਾਰ ਬਹੁਤ ਕਰ ਰਿਹਾ ਮਨ ਵਿੱਚ, ਪਰ ਸਮਝ ਨਹੀਂ ਪੈ ਰਹੀ ਵੀ ਕੀ ਅਰਥ ਇਸ ਦਾ। ਸੁਨ ਸਭ ਬਾਣੀ ਗਇਓ ਬਹਾਰੀ। ਗੁਰੂ ਸਾਹਿਬ ਜੀ ਨੇ ਜਪਜੀ ਸਾਹਿਬ ਬਾਣੀ ਸੰਪੂਰਨ ਕੀਤੀ ਹੈ, ਸੁਣ ਕੇ ਸਾਰੇ ਬਾਣੀ ਤੇ ਫਿਰ ਗਏ ਹੈ। ਉਹ ਪੀਰ ਸਿੰਧੀ ਮੁਰੀਦ ਚਲਾ ਗਿਆ। ਗੁਰੂ ਇੱਥੇ ਇਤਿਹਾਸ 'ਚ ਆ ਰਿਹਾ ਵੀ ਗੁਰੂ ਸਾਹਿਬ ਆਪ ਵੀ ਜਪਜੀ ਸਾਹਿਬ ਬਾਣੀ ਪੜ੍ਹਦੇ ਸਨ, ਆਪਣੇ ਮੁਖ ਤੋਂ ਉਚਾਰੀ ਹੈ ਬਾਣੀ, ਆਪ ਵੀ ਪੜ੍ਹਦੇ ਹਨ। ਤੇ ਗੁਰੂ ਕੇ ਸਿੱਖ ਨੂੰ ਵੀ ਇਹ ਹੁਕਮ ਹੈ ਵੀ ਗੁਰਬਾਣੀ ਜਪਜੀ ਸਾਹਿਬ ਪੜ੍ਹੇ, ਫਿਰ ਕੁਝ ਮੁੱਖ ਵਿੱਚ ਪਾਵੇ ਭੋਜਨ ਪ੍ਰਸ਼ਾਦਾ ਜਲ ਆਦਿਕ। ਤਾਕੋ ਪੀਰ ਹੋਤ ਜਿਸ ਠਾਰੀ। ਜਿਸ ਥਾਂ ਤੇ ਉਸ ਸਿੰਧੀ ਮੁਰੀਦ ਦਾ ਪੀਰ ਸੀ ਜਿਸ ਦਾ ਨਾਮ ਜਲਾਲਦੀਨ ਸੀ ਪੀਰ, ਉਹ ਜਲਾਲਦੀਨ ਪੀਰ ਜਿਸ ਥਾਂ ਤੇ ਹੈਗੇ ਸਨ ਬੈਠੇ ਹੋਏ, ਇਸ ਪਦ ਕੋ ਕਰ ਕੰਠ ਵਿਚਾਰਤਾ। ਉਸ ਪਦ ਨੂੰ ਉੱਥੇ ਚਲਾ ਗਿਆ ਤੇ ਜਿਹੜਾ ਪਦ ਕਹੀਏ ਗੁਰਮੁਖ ਇਹ ਤੁਕ ਹੈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ, ਇਸ ਤੁਕ ਨੂੰ ਕੰਠ ਕੀਤਾ, ਕੰਠੀ ਕਰ ਲਿਆ ਹੈ। ਇਹ ਕੰਠ ਕਰਕੇ ਬਾਰ-ਬਾਰ ਵਿਚਾਰਦਾ ਉਸ ਨੂੰ ਪੜ੍ਹੀ ਜਾਂਦਾ ਹੈ। ਸੰਸਾ ਬਿਖਾ ਹੋਤ ਅਤ ਆਰਤ। ਇਵੇਂ ਸੰਸੇ ਵਿੱਚ ਬਹੁਤ ਹੀ ਵਿਆਕਲ ਹੋ ਗਿਆ ਵੀ ਸਮਝ ਕਿਉਂ ਨਹੀਂ ਪੈ ਰਹੀ ਮੈਨੂੰ ਅਰਥੇ ਦਾ। ਬੂਝਤ ਪੀਰਾ ਬਿਲਮ ਕਿਉਂ ਲਾਈ। ਇੱਧਰ ਜਲਾਲਦੀਨ ਪੀਰ ਨੇ ਪੁੱਛਣਾ ਕੀਤਾ, ਐ ਮੇਰੇ ਸਿੰਧੀ ਮੁਰੀਦ ਸੇਵਕ ਵੀ ਤੂੰ ਦੇਰ ਕਿਉਂ ਲਾਈ ਐ। ਕੌਣ ਮਿਲਿਓ ਕਹਿ ਬੈਸਾ ਜਾਈ। ਵੀ ਤੈਨੂੰ ਕੌਣ ਰਸਤੇ ਵਿੱਚ ਮਿਲਿਆ ਹੈ, ਕਿਸ ਕੋਲ ਜਾ ਕੇ ਬੈਠਾ ਰਿਹਾ, ਇੰਨਾ ਸਮਾਂ ਲਾਤਾ ਤੂੰ। ਸਿੰਧੀ ਭਾਖਾ ਤਿਹ ਕੇ ਤੀਰਾ। ਸਿੰਧੀ ਜਿਹੜਾ ਇਹ ਸੇਵਕ ਸੀ ਮੁਰੀਦ ਸੀ ਜਲਾਲ ਪੀਰ ਦੀਨ ਦਾ,
ਕਹਿਣ ਲੱਗਾ, ਹੇ ਪੀਰ ਜੀ, ਮੈਂ ਉਸ ਦੇ ਕੋਲ ਦੇਖਿਓ ਹਿੰਦੂ ਏਕ ਫਕੀਰਾ। ਇੱਕ ਹਿੰਦੂ ਫਕੀਰ ਮੈਂ ਹੁਣੇ ਦੇਖਿਆ ਹੈ, ਉਹਨਾਂ ਦੇ ਕੋਲ ਮੈਂ ਖੜਾ ਸੀ। ਤਿਹ ਕੀ ਸੁਣਤ ਰਹਿਓ ਮੈਂ ਬਾਣੀ। ਉਸ ਹਿੰਦੂ ਫਕੀਰ ਦਰਵੇਸ਼ ਜੋ ਬੜੇ ਮਹਾਨ ਮੈਨੂੰ ਦਿਸ ਰਹੇ ਸਨ, ਉਹਨਾਂ ਦੇ ਮੁਖ ਤੋਂ ਮੈਂ ਬਾਣੀ ਸੁਣ ਰਿਹਾ ਸਾਂ। ਮੁਕਤ ਦੇਨ ਹਾਰ ਗੁਣ ਖਾਨੀ। ਇਹ ਦੱਸਾਂ ਪੀਰ ਜੀ, ਉਹ ਬਾਣੀ ਬਚਨ ਉਹਨਾਂ ਦਰਵੇਸ਼ਾਂ ਦੇ ਮੁਕਤੀ ਦੇਣ ਵਾਲੇ ਤੇ ਗੁਣਾਂ ਦੀ ਤੇ ਖਾਣੀ ਸਨ। ਇੱਕ ਪਦ ਕੋ ਨਾ ਮਾਇਨਾ ਆਇਓ। ਇੱਕ ਬੜੀ ਹੈਰਾਨੀ ਦੀ ਗੱਲ ਵੀ, ਇੱਕੋ ਪਦ ਤੁਕ ਪੜ੍ਹਦੇ ਸਨ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ। ਹੇ ਪੀਰ ਜੀ, ਉਸ ਤੁਕ ਦਾ ਮੈਨੂੰ ਮਾਇਨਾ ਅਰਥ ਨਹੀਂ ਸਮਝ ਆਇਆ ਵੀ ਕੀ ਅਰਥ ਹੈ। ਭਲੇ ਵਿਚਾਰਿਓ ਭੇਦ ਨਾ ਪਾਇਓ। ਮੈਂ ਚੰਗੀ ਤਰ੍ਹਾਂ ਸੋਚਿਆ ਵਿਚਾਰਿਆ, ਪਰ ਭੇਦ ਨਹੀਂ ਪਾਇਆ, ਸਮਝ ਨਹੀਂ ਪਾਈ ਅਰਥ ਦੀ। ਆਸ ਕਹਿ ਪੁਨ ਤੁਕ ਦੀਨ ਬਤਾਈ। ਇਸ ਤਰ੍ਹਾਂ ਕਹਿ ਕਰਕੇ ਉਹ ਜਿਹੜੀ ਤੁਕ ਸੀ ਗੁਰਬਾਣੀ ਦੀ, ਤੇ ਇਸ ਨੇ ਪੀਰ ਨੂੰ ਦੱਸੀ। ਸੁਨਤ ਪੀਰ ਨ ਗਿਰਾ ਅਲਾਈ। ਜਦੋਂ ਕਿਹਾ, ਪੀਰ ਜੀ ਆਓ ਪਦ ਹੈ, ਤੁਕ ਹੈ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ। ਇਹ ਤੁਕ ਨੂੰ ਸੁਣ ਕੇ ਤੇ ਪੀਰ ਜੀ ਨੇ ਬਚਨ ਕਿਹਾ, ਬਿਨਾ ਕਰਹੁ ਇੱਕ ਬਾਰ ਲਿਆਵਹੁ। ਹੇ ਮੇਰੇ ਸਿੰਧੀ ਮਰੀਦ ਸੇਵਕ, ਤੂੰ ਬੇਨਤੀ ਕਰਕੇ ਉਹਨਾਂ ਦਰਵੇਸ਼ਾਂ ਨੂੰ ਇੱਕ ਵਾਰ ਹੱਥ ਜੋੜ ਕੇ ਲੈ ਕੇ ਆ ਮੇਰੇ ਪਾਸ। ਤਿਹ ਕੋ ਦਰਸ਼ਨ ਮੋਹਿ ਕਰਾਵਹੁ। ਉਹ ਜਿਨ੍ਹਾਂ ਦੇ ਐਸੇ ਬਚਨ ਮਹਾਨ ਹੈ, ਉਹਨਾਂ ਦਰਵੇਸ਼ਾਂ ਦੇ ਜਿਹੜੇ ਦਰਸ਼ਨ ਮੈਨੂੰ ਵੀ ਕਰਾ ਦੇ ਮੇਰੇ ਸੇਵਕ। ਸੁਨ ਕਾ ਸਿੰਧੀ ਗਇਓ ਬਹੋਰੀ। ਆਪਣੇ ਪੀਰ ਜਲਾਲਦੀਨ ਤੋਂ ਸੁਣ ਕੇ ਇਹ ਸਿੰਧੀ ਸੇਵਕ ਫਿਰ ਚਲਾ ਗਿਆ ਸਤਿਗੁਰੂ ਜੀ ਪਾਸ। ਨਮੋ ਕਰੀ ਪ੍ਰਭ ਕੋ ਕਰ ਜੋਰੀ। ਗੁਰੂ ਨਾਨਕ ਸਾਹਿਬ ਜੀ ਨੂੰ ਇਹਨੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ ਦੋਵੇਂ ਹੱਥ ਜੋੜ ਕੇ। ਠਾਂਡੋ ਭਇਓ ਦੀਨ ਮਨ ਹੋਇਓ। ਐਵੇਂ ਬੜਾ ਮਨ ਵਿੱਚ ਦੀਨ ਮਾਣਾ ਹੋਇਆ ਹੈ ਤੇ ਦੀਨ ਮਾਣਾ ਹੋ ਕੇ ਖੜਾ ਹੋ ਗਿਆ। ਇਸ ਪ੍ਰਕਾਰ ਕੋ ਬਚਨ ਬਗੋਇਓ। ਤੇ ਇਸ ਤਰ੍ਹਾਂ ਦਾ ਜਿਹੜਾ ਜਾ ਕੇ ਬਚਨ ਕਿਹਾ, ਮੈਂਡਾ ਪੀਰ ਸਦੇ ਦਾਤੋ ਕੋ। ਇਹਨੇ ਸਿੰਧੀ ਬੋਲੀ ਵਿੱਚ ਹੀ ਉਹ ਬਹਾਵਲਪੁਰ ਦੇ ਪਾਸੇ ਵਾਲੋਂ ਹੀ ਬੋਲੀ ਜਿਵੇਂ ਉਵੇਂ ਬੋਲਿਆ। ਕਹਿਣ ਲੱਗਾ, ਮੈਂਡਾ ਪੀਰ ਸਦੇਦਾ ਤੋ ਕੋ। ਐ ਦਰਵੇਸ਼ ਜੀ, ਮੇਰਾ ਜਿਹੜਾ ਪੀਰ ਹੈ ਨਾ ਜਲਾਲਦੀਨ, ਉਹ ਆਪ ਜੀ ਨੂੰ ਸੱਦਦਾ ਹੈ। ਬਾਤ ਬੁਝੇਦਾ ਭੇਜਾ ਮੋਕੋ। ਤੇ ਉਹ ਕੋਈ ਗੱਲਬਾਤ ਬੁਝੇਂਦਾ ਕਈ ਪੁੱਛਣਾ ਚਾਹੁੰਦਾ ਹੈ। ਮਹਾਰਾਜ ਕੋਈ ਗੱਲਬਾਤ ਪੁੱਛਣ ਲਈ ਉਸ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ। ਵਤ ਕਿੰਨਣ ਮੈਂ ਆਇਓ ਧਾਈ। ਆਪ ਜੀ ਨੂੰ ਮੋੜ ਕੇ ਲੈ ਜਾਣ ਲਈ ਉਹਨਾਂ ਕੋਲ ਮੈਂ ਦੌੜ ਕੇ ਤੁਹਾਡੇ ਪਾਸ ਦੁਬਾਰਾ ਆਇਆ ਹਾਂ। ਜੁਲ ਦਰਵੇਸ਼ ਪੀਰ ਜਿਹ ਥਾਈ। ਜਿਸ ਥਾਂ ਮੇਰੇ ਜਲਾਲਦੀਨ ਪੀਰ ਹਨ, ਹੇ ਦਰਵੇਸ਼ੋ ਮੇਰੀ ਬੇਨਤੀ ਸੁਣ ਕੇ ਉੱਥੇ ਚੱਲੋ। ਸੁਨ ਕਾ ਗਮਨ ਕੀਨ ਤਿਨ ਸਾਥਾ। ਗੁਰੂ ਸਾਹਿਬ ਜੀ ਨੇ ਇਸ ਸਿੰਧੀ ਮਰੀਦ ਸੇਵਕ ਤੋਂ ਸੁਣ ਕੇ ਇਹਦੇ ਨਾਲ ਹੀ ਚੱਲਣਾ ਕੀਤਾ। ਪਹੁੰਚੇ ਤਹਾਂ ਜਾਏ ਜਗਨਾਥਾ। ਜਗਤ ਦੇ ਜੋ ਮਾਲਕ ਗੁਰੂ ਨਾਨਕ ਸਾਹਿਬ ਜੀ ਹੈ, ਜਿੱਥੇ ਜਲਾਲਦੀਨ ਪੀਰ ਬੈਠਾ ਹੋਇਆ ਸੀ ਉੱਥੇ ਜਾ ਪਹੁੰਚੇ। ਲਈ ਦਸਤ ਬੋਸੀ ਉਠ ਪੀਰਾ। ਪੀਰ ਹੋਵੇ ਤੇ ਐਸਾ ਹੋਵੇ। ਜਲਾਲਦੀਨ ਪੀਰ ਗੁਰੂ ਸਾਹਿਬ ਜੀ ਨੂੰ ਆਉਂਦਿਆਂ ਦੇਖ ਕੇ ਹਜੇ ਨਾ ਵੇਖੋ ਦਰਸ਼ਨ ਹੀ ਕੀਤੇ, ਨਾ ਕੁਝ ਬਚਨ ਹੀ ਬਿਲਾਸ ਕੀਤਾ ਹੈ, ਪਰ ਪੀਰ ਤੇ ਉਹ ਹੈ ਜਿਹਦੇ ਅੰਦਰ ਐਸੀ ਨਿਮਰਤਾ ਹੈ। ਗੁਰੂ ਸਾਹਿਬ ਜੀ ਨੂੰ ਆਉਂਦਿਆਂ ਹੀ ਵੇਖ ਕੇ ਵੀ ਦਰਵੇਸ਼ ਆ ਗਏ ਮਹਾਨ, ਸਾਡੇ ਤੋਂ ਵੀ ਵੱਡੇ, ਉੱਠ ਕੇ ਬੜੀ ਛੇਤੀ ਦੇ ਇਸ ਪੀਰ ਨੇ ਸਤਿਗੁਰੂ ਜੀ ਦੀ ਦਸਤਬੋਸੀ ਲਈ ਹੈ। ਭਾਵ ਗੁਰੂ ਸਾਹਿਬ ਜੀ ਦੇ ਜਿਹੜੇ ਹਸਤ ਕਮਲ ਹੈ ਉਹਨਾਂ ਨੂੰ ਚੁੰਮਣਾ ਕੀਤਾ ਵੀ ਧੰਨ ਭਾਗ ਸਾਡੇ। ਦੇਹੋ ਸਲਾਮਾ ਲੇਖ ਫਕੀਰਾ। ਐ ਦਰਵੇਸ਼ ਗੁਰੂ ਨਾਨਕ ਸਾਹਿਬ ਜੀ ਸਲਾਮਾ ਲੇਕ।
ਕਹਿੰਦੇ ਆ ਵੀ ਸਾਡੀ ਸਲਾਮ ਕਬੂਲ ਕਰ ਲਓ ਜੀ ਦਰਵੇਸ਼ੋ। ਸਾਦਰ ਸੋ ਮਿਲ ਕੈ ਦਿਸ ਦੂਆ। ਆ ਦੋਵੇਂ ਤਰਫੋਂ ਹੀ, ਇੱਕ ਪਾਸੇ ਜਲਾਲਦੀਨ ਪੀਰ ਹੈ, ਇੱਕ ਪਾਸੇ ਜਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਜੀ ਹੈ। ਦੋਵੇਂ ਪਾਸੋਂ ਮਿਲ ਕੇ ਬੜੇ ਆਦਰ ਸਨਮਾਨ ਨਾਲ ਬੈਠੇ ਬਾਹਰ ਹਿਰਦਾ ਹਿਤ ਹੋ। ਤੇ ਦੋਵੇਂ ਸਤਿਗੁਰੂ ਜੀ ਤੇ ਪੀਰ ਜੀ ਬੈਠ ਗਏ ਹੈ। ਹਿਰਦੇ ਵਿੱਚ ਬਹੁਤ ਹਿਤ ਪ੍ਰੇਮ ਹੋ ਰਿਹਾ ਹੈ। ਇਹ ਬੜਾ ਹੀ ਪ੍ਰੇਮ ਵਧਿਆ ਇੱਕ ਦੂਸਰੇ ਨੂੰ ਵੇਖ ਕੇ। ਨਿਜ ਸੰਸਾ ਖੋਵਨ ਕੇ ਕਾਰਨ। ਇੱਧਰ ਪੀਰ ਜੀ ਆਪਣੇ ਸੰਸੇ ਨੂੰ, ਭਰਮ ਨੂੰ ਦੂਰ ਕਰਨ ਵਾਸਤੇ, ਨਾਸ ਕਰਨ ਵਾਸਤੇ ਕਰੇ ਪੀਰ ਨੇ ਬਚਨ ਉਚਾਰਨ। ਜਲਾਲਦੀਨ ਪੀਰ ਨੇ ਬਹੁਤ ਉੱਚ ਅਵਸਥਾ ਵਾਲੇ ਗਿਆਨ ਚਰਚਾ ਦੇ ਕਈ ਬਚਨ ਉਚਾਰਨੇ ਕੀਤੇ, ਪੁੱਛੇ ਐ। ਸਾਚ ਚਵੋ ਤਮ ਬਰਾਕ, ਸਾਚ ਚਵੋ ਤਮ ਬਰਾ ਖੁਦਾਈ। ਕਹਿਣ ਲੱਗਾ ਗੁਰੂ ਨਾਨਕ ਸਾਹਿਬ ਜੀ ਨੂੰ, ਹੇ ਦਰਵੇਸ਼ੋ, ਖੁਦਾ ਦੇ ਵਾਸਤੇ ਮੈਂ ਜੋ ਕਹਾਂਗਾ ਤੁਸੀਂ ਮੈਨੂੰ ਸੱਚ ਹੀ ਕਹੋ। ਦਰਗਹ ਮਹਾ ਕਸ ਹਾਲ ਬਿਹਾਈ। ਮੈਂ ਆਪ ਜੀ ਨੂੰ ਵੇਖ ਲਿਆ ਵੀ ਸੱਚੀ ਦਰਗਾਹ ਜਿਹੜੀ ਹੈ ਖੁਦਾ ਦੀ, ਉੱਥੇ ਕੀ ਹਾਲ ਹੈ ਕੀ ਨਹੀਂ ਹੁੰਦਾ ਉਹ ਆਪ ਜਾਣਦੇ ਹੋ। ਆਪ ਜੀ ਉੱਚ ਦੇ ਪੀਰ ਹੋ। ਇਸ ਕਰਕੇ ਹੇ ਦਰਵੇਸ਼ ਗੁਰੂ ਨਾਨਕ ਸਾਹਿਬ ਜੀ, ਮੈਂ ਪੁੱਛਦਾ ਵੀ ਜਿਹੜੀ ਖੁਦਾ ਦੀ ਦਰਗਾਹ ਸੱਚੀ ਹੈ, ਉਹਦੇ ਵਿੱਚ ਜੀਵਾਂ ਦਾ ਭਲਾ ਵੀ ਕੀ ਹਾਲ ਹੁੰਦਾ, ਕੀ ਬੀਤਦੀ ਇਹਨਾਂ ਨਾਲ। ਜਗਤ ਪਰਵਾਹੇ ਜਹਾਂ ਸਭ ਜਾਵਹਿ। ਜਿੱਥੇ ਸੰਸਾਰ ਦਾ ਪ੍ਰਵਾਹ ਸਾਰਾ ਹੀ ਮਰ ਮਰ ਕੇ ਉਹ ਸਾਰੇ ਖੁਦਾ ਦੇ ਘਰ ਜਾਈ ਜਾਂਦੇ ਆ, ਰੋਜ਼ ਰੋਜ਼ ਮਰ ਕੇ। ਨਹੀਂ ਸਦਰ ਕੋ ਹੋਵਨ ਪਾਵਹਿ। ਤੇ ਕੋਈ ਵੀ ਮਾਤ ਲੋਕ ਤੇ ਟਿਕਣਾ ਨਹੀਂ ਪਾ ਰਿਹਾ, ਕਿਸੇ ਦਾ ਟਿਕਣਾ ਨਹੀਂ ਹੋ ਰਿਹਾ। ਆ ਰੋਜ਼ ਨਿੱਤੀ ਕਈ ਮਰ ਮਰ ਕੇ ਜਾਈ ਜਾਂਦੇ ਖੁਦਾ ਦੇ ਘਰ। ਸਤਿਗੁਰ ਭਨਿਓ ਪੀਰ ਸੁਨ ਲੀਜੈ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਹੇ ਜਲਾਲਦੀਨ ਪੀਰ ਜੀ, ਜੋ ਅਸੀਂ ਕਹਿੰਦੇ ਹੋ ਧਿਆਨ ਨਾਲ ਸੁਣ ਲਓ ਆਪ ਜੀ। ਨਿਸ਼ਚੈ ਯਹੀ ਹਿਰਦੈ ਦ੍ਰਿੜ ਕੀਜੈ। ਇਹ ਜੋ ਹੀ ਬਚਨ ਕਵਾਂਗੇ ਨਾ, ਨਿਸ਼ਚੇ ਪੂਰਵਕ ਯਕੀਨਨ ਹੀ ਹਿਰਦੇ ਵਿੱਚ ਪੱਕੇ ਹੀ ਕਰ ਲਓ ਤੁਸੀਂ। ਤਨ ਮਨ ਸੰਗ ਰਹਿਤ ਜੋ ਸਾਚੇ। ਜਿਹੜੇ ਉਹ ਖੁਦਾ ਦੇ ਪਿਆਰੇ, ਪਰਮੇਸ਼ਰ ਦੇ ਪਿਆਰੇ, ਤਨ ਨਾਲ ਮਨ ਨਾਲ ਉਹ ਸੱਚੇ ਪਰਮੇਸ਼ਰ ਖੁਦਾ ਪਰਮਾਹਿ ਵਾਹਿਗੁਰੂ ਨਾਲ ਮਿਲੇ ਜੁਲੇ ਰਹਿੰਦੇ ਆ, ਇੱਕ ਮਿੱਕ ਹੋਏ ਰਹਿੰਦੇ ਆ। ਜਗਤ ਗਰਤ ਤੇ ਸੇਉ ਬਾਚੇ। ਇਹ ਸੰਸਾਰ ਰੂਪੀ ਜਿਹੜਾ ਮੋਹ ਦਾ ਬੜਾ ਤਗੜਾ ਹੈਗਾ ਨਾ ਟੋਇਆ, ਜਿੱਥੇ ਲੋਕ ਡਿੱਗ ਪੈਂਦੇ, ਨਿਗਲ ਨਹੀਂ ਵਿਚਾਰੇ ਸਕਦੇ। ਜਿਵੇਂ ਅੰਨੇ ਖੂਹ 'ਚ ਕੋਈ ਡਿੱਗ ਪਵੇ ਤੇ ਉੱਥੇ ਕੋਈ ਆਵਾਜ਼ ਨਹੀਂ ਸੁਣਦਾ, ਤੇ ਉਹ ਨਿਗਲਦੇ ਨਹੀਂ, ਉਹਦੇ ਵਿੱਚ ਪਏ ਪਏ ਉਹ ਵਿਚਾਰਾ ਮਨੁੱਖ ਮਰ ਜਾਂਦਾ ਹੈ। ਇਸੇ ਤਰ੍ਹਾਂ ਸੰਸਾਰ ਜਿਹੜਾ ਹੈ ਅੰਨਾ ਖੂਹ ਹੈ। ਇਹ ਅੰਨੇ ਖੂਹ ਦੇ ਵਿੱਚ ਜਿਹੜੇ ਡਿੱਗ ਪਏ ਮੋਹ ਕਰਕੇ, ਉਹ ਵਿਚਾਰੇ ਬਚ ਨਹੀਂ ਸਕੇ, ਉੱਥੇ ਹੀ ਆਵਾਜ਼ਾਂ ਮਾਰਦੇ ਰਹਿੰਦੇ, ਕੋਈ ਨਹੀਂ ਸੁਣਦਾ ਇਹਨਾਂ ਦੀ। ਹੇ ਪੀਰ ਜੀ, ਜਿਹੜੇ ਤਨ ਨਾਲ ਮਨ ਨਾਲ ਉਹ ਸੱਚੇ ਖੁਦਾ ਨਾਲ ਜੁੜੇ ਰਹਿੰਦੇ, ਇੱਕ ਮਿੱਕ ਹੋਏ ਰਹਿੰਦੇ ਹੈ, ਉਹ ਸੰਸਾਰ ਰੂਪੀ ਅੰਨੇ ਖੂਹ 'ਚ ਡਿੱਗਦੇ ਨਹੀਂ, ਉਹ ਬਚ ਜਾਂਦੇ ਆ। ਸਾਚੇ ਸੰਗ ਰਤੇ ਚਿਤ ਜਾਹੀ। ਰਤੇ ਚਿਤ ਚਾਹ ਜਾਹੀ, ਜਿਨ੍ਹਾਂ ਦਾ ਚਿੱਤ ਸੱਚੇ ਵਾਹਿਗੁਰੂ ਪਰਮੇਸ਼ਰ ਨਾਲ ਰਤਿਆ ਰੰਗਿਆ ਪਿਆ ਹੈ। ਵਿਸ਼ਯਨ ਬਿਖਾ ਲਿਪਾਏ ਜੇ ਨਾਹੀ। ਜਿਹੜੇ ਮਹਾਂਪੁਰਖ ਮਹਾਤਮਾ ਰੱਬ ਦੇ ਦਰਵੇਸ਼ ਫਕੀਰ ਉਤ ਪੀਸ਼ਰ ਜੋਗੀ ਜੰਗਮ, ਜਿਹੜੇ ਵਿਸ਼ਿਆਂ ਵਿੱਚ ਲਪਾਏ ਮਾਣ ਨਹੀਂ ਹੁੰਦੇ, ਫਸਦੇ ਨਹੀਂ, ਖਚਤ ਨਹੀਂ ਹੁੰਦੇ। ਸ਼ੋਭਾ ਕੇ ਸਮੇਤ ਜੋ ਜਾ, ਸ਼ੋਭਾ ਕੇ ਸਮੇਤ ਸੋ ਜਾਈ। ਇਹ ਪੀਰ ਜੀ, ਉਹ ਸੋਭਾ ਦੇ ਸਮੇਤ ਇਸ ਥਾਂ ਤੋਂ ਪਰਲੋਕ ਦੇ ਵਿੱਚ ਜਾਂਦੇ ਆ। ਚੱਲਿਆ ਪਤਸੋਂ ਜਨਮ ਸਵਾਰ, ਵਾਜਾ ਵਾਏ ਸੀ, ਮਾਨਸ ਗਿਆ ਵਿਚਾਰਾ, ਤੇ ਉਹ ਲੋਕ ਸੁਣਾਏ ਸੀ। ਉਹਦੇ ਇੱਜ਼ਤ ਪੱਤ ਨਾਲ ਪਰਮੇਸ਼ਰ ਦੇ ਘਰ ਜਾਂਦੇ ਆ। ਇਹ ਮਨੁੱਖ ਵਿਚਾਰਾ ਇਹਨਾਂ ਦੀ ਕੀ ਵਡਿਆਈ ਕਹਿ ਸਕਦਾ, ਉਹਨਾਂ ਮਹਾਤਮਾ ਸੰਤਾਂ ਦਰਵੇਸ਼ਾਂ ਦੀ। ਤਿੰਨੇ ਲੋਕਾਂ ਵਿੱਚ ਹੀ ਉਹਨਾਂ ਦੇ ਵਾਜੇ ਵੱਜਦੇ ਆ,
ਤਿੰਨਾਂ ਲੋਕਾਂ ਵਿੱਚ ਹੀ ਉਹਨਾਂ ਦਾ ਸਤਿਕਾਰ, ਤਿੰਨਾਂ ਲੋਕਾਂ 'ਚ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਫਿਰ ਪੀਰ ਜੀ ਸੋਭਾ ਨਾਲ ਜਾਂਦੇ ਰੱਬ ਦੇ ਘਰ ਉਹ ਸੱਚੇ ਮਿੱਤਰ। ਦਰਗਹ ਮਹਿ ਬਹੁ ਆਦਰ ਪਾਈ। ਉਹ ਸੱਚੀ ਦਰਗਾਹ ਵਿੱਚ ਬੜਾ ਆਦਰ ਸਤਿਕਾਰ ਪਾਉਂਦੇ ਹੈ। ਰੇ ਰੇ ਦਰਗਹਿ ਕਹੈ ਨਾ ਕੋ, ਆਓ ਬੈਠ ਆਦਰ ਸੁਭ ਦੇਉ। ਉਹਨਾਂ ਦਾ ਆਦਰ ਸਨਮਾਨ ਹੁੰਦਾ ਹੈ। ਧਰਮ ਰਾਜਾ ਹੱਥ ਜੋੜ ਕੇ ਖੜਿਆਂ ਹੋ ਕੇ ਉਹਨਾਂ ਨੂੰ ਆਪਣੇ ਆਸਣ 'ਤੇ ਬਿਠਾਉਂਦਾ ਹੈ। ਜਿਹੜੇ ਦੁਸ਼ਟ ਲੋਕ ਹੈ ਉਹਨਾਂ ਨੂੰ ਇਹ ਪੁਰਾਣਾ ਵਿੱਚ ਲਿਖਿਆ ਹੋਇਆ ਵੀ ਧਰਮ ਰਾਜੇ ਦੀ ਕਚਹਿਰੀ ਵਿੱਚ ਜਾਣ ਦਾ ਹੱਕ ਨਹੀਂ ਉਹਨਾਂ ਨੂੰ। ਭਾਵ ਧਰਮ ਰਾਜਾ ਉਹਨਾਂ ਦੇ ਮੱਥੇ ਵੀ ਨਹੀਂ ਲੱਗਦਾ, ਕਿਉਂਕਿ ਧਰਮ ਰਾਜਾ ਨਾ ਹੀ ਧਰਮ ਦਾ ਰਾਜਾ ਹੈ ਵੀ ਧਰਮ ਦਾ ਨਿਆਂ ਕਰਨ ਵਾਲਾ। ਉਹ ਹਰ ਵਕਤ ਜਿਹੜਾ ਮਾਲਾ ਫੇਰਦਾ ਪਰਮੇਸ਼ਰ ਦੇ ਨਾਮ ਦੀ, ਝੂਠਿਆਂ ਦੇ ਮੱਥੇ ਕਿੱਥੇ ਲੱਗੇ। ਉਹ ਕਿਸੇ ਦੀ ਸੁਣਦਾ ਹੀ ਨਹੀਂ ਹੈ ਧਰਮ ਰਾਜਾ, ਇਹੋ ਜਿਹੇ ਲੋਕਾਂ ਦੀ, ਸਾਡੇ ਵਰਗਿਆਂ ਦੀ। ਉਹ ਕਹਿੰਦਾ ਇਹਨੂੰ ਬਸ ਸੁੱਟੋ ਜੀ, ਇਹਦਾ ਹਿਸਾਬ ਕਿਤਾਬ ਕਰਕੇ, ਜਿਸੇ ਨਰਕ ਜਿਹੜਾ ਬਣਦਾ ਹੈ ਨਾ ਉਹਨਾਂ ਨੂੰ। ਤੇ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਤਲਬਾ ਪੌਸਣ ਆਕੀਆ ਬਾਕੀ ਜਿਨਾ ਰਹੀ। ਰੱਬ ਦੇ ਪਿਆਰਿਆਂ ਦਾ ਉੱਥੇ ਆਦਰ ਸਨਮਾਨ ਹੁੰਦਾ, ਉਹਨਾਂ ਦੀ ਵਡਿਆਈ ਹੁੰਦੀ ਹੈ। ਉਹਨਾਂ ਦੇ ਅੱਗੇ ਫੁੱਲ ਭੇਟਾ ਕੀਤੇ ਜਾਂਦੇ ਧਰਮ ਰਾਜੇ ਵੱਲੋਂ ਵੀ। ਅਤੇ ਜਿਹੜੇ ਵਿਚਾਰੇ ਉਹ ਪਰਮੇਸ਼ਰ ਦੇ ਨਾਮ ਤੋਂ ਸਖਣੇ ਜਾਂਦੇ ਨਾ, ਸੰਸਾਰ ਦੇ ਮੋਹ ਮਮਤਾ ਧੰਦਿਆਂ ਨੂੰ ਕਰਕੇ, ਤਲਬਾ ਪੌਸਣ ਆਕੀਆਂ। ਅਤੇ ਗੁਰੂ ਸਾਹਿਬ ਜੀ ਕਹਿੰਦੇ ਹੈ ਉਹਨਾਂ ਨੂੰ ਤਲਬਾ ਸਖਤੀ ਨਾਲ ਸੱਦੇ ਪੈਂਦੇ, ਆਕੀਆਂ ਨੂੰ, ਬਾਗੀਆਂ ਲੋਕਾਂ ਨੂੰ ਆਵਾਜ਼ਾਂ ਪੈਂਦੀਆਂ ਉਹਨਾਂ ਦੇ, ਅਰੇ ਅਰੇ ਕਹਿੰਦੇ, ਅਰੇ ਇੱਧਰ ਆ, ਐਵੇਂ ਬੋਲਦੇ ਉਹਨਾਂ ਨੂੰ। ਬਾਕੀ ਜਿਨ੍ਹਾਂ ਰਹੀ, ਜਿਨ੍ਹਾਂ ਦੀ ਬਾਕੀ ਰਹਿ ਗਈ ਇੱਥੇ ਸੰਸਾਰ ਵਿੱਚ ਆ ਕੇ, ਜਿਨ੍ਹਾਂ ਨੇ ਕੋਈ ਚੱਜ ਦਾ ਕੰਮ ਹੀ ਨਹੀਂ ਕੀਤਾ, ਝੂਠ ਠੱਗੀਆਂ ਯਾਰੀਆਂ, ਐਵੇਂ ਧੋਖੇ ਧੜੀਆਂ, ਗਰੀਬਾਂ 'ਤੇ ਅਤਿਆਚਾਰ ਕੀਤੇ ਹਨ। ਤਨ ਮਹਿ ਪਹਿਰ ਵੇਖ ਧਰ ਕੂੜੇ। ਇਹ ਪੀਰ ਉਹ ਜਲਾਲ ਪੀਰ ਜੀ, ਜਿਹੜੇ ਝੂਠੇ ਲੋਕ ਹੈ ਦੇ ਸਰੀਰ ਵਿੱਚ ਝੂਠੇ ਭੇਖ ਧਾਰ ਲੈਂਦੇ ਹੈ, ਝੂਠੇ ਬਾਣੇ ਪਾ ਕੇ ਤੁਰੇ ਫਿਰਦੇ ਐ। ਮਨ ਕੇ ਮੂੜ ਮੰਦ ਮਤ ਮੂੜੇ। ਜਿਹੜੇ ਮੂਰਖ ਲੋਕ, ਭੈੜੀ ਮੱਤ ਵਾਲੇ ਤੇ ਮਨ ਦੇ ਮੂਰਖ ਹੈ, ਆ ਕਿਸੇ ਗੁਰਮੁਖ ਦੀ ਵੀ ਗੱਲ ਨਹੀਂ ਮੰਨਦੇ। ਜਿਹੜੇ ਕਾਮ ਕ੍ਰੋਧ ਲਭ ਮੋਹ ਹੰਕਾਰਾ। ਫਿਰ ਬੜੇ ਕਾਮੀ ਵਿਸ਼ਈ ਬੜੇ ਐ, ਭੇਖ ਧਾਰੇ ਐ, ਪੀਰਾਂ ਫਕੀਰਾਂ ਵਾਲੇ ਭੇਖ ਧਾਰੇ ਐ, ਐਵੇਂ ਗੁਰੂ ਕੇ ਸਿੱਖਾਂ ਵਾਲੇ। ਤੇ ਪਰ ਹੈ ਬੜੇ ਵਿਸ਼ਈ ਹੈ, ਕ੍ਰੋਧੀ ਹੈ। ਇਸੇ ਤਰ੍ਹਾਂ ਲੱਭੀ ਬੜੇ ਹੈ, ਲੱਭ ਕੁੱਤਾ ਚੰਬੜਿਆ ਉਹਨਾਂ ਨੂੰ। ਮੋਹ ਬੜਾ ਕਰਦੇ ਪਰਿਵਾਰ ਦਾ, ਹੋਰ ਸਕੇ ਸੰਬੰਧੀਆਂ ਯਾਰਾਂ ਮਿੱਤਰਾਂ ਦਾ। ਤੇ ਹੰਕਾਰ ਵਿੱਚ ਫਸੇ ਹੋਏ ਵੀ ਮੇਰੇ ਵਰਗਾ ਕੌਣ ਇੱਥੇ। ਪੰਜ ਦੁਸ਼ਟ ਕੇ ਨਿਤ ਅਨਸਾਰਾ। ਜਿਹੜੇ ਪੰਜ ਇਹ ਵੈਰੇ ਹੈ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਤੇ ਹਮੇਸ਼ਾ ਇਹਦੇ ਅਨੁਸਾਰ ਹੀ ਰਹਿੰਦੇ ਆ। ਤਿਨ ਕੋ ਦਰਗਾਹ ਥਾਉ ਨਾ ਕਾਈ। ਇਹ ਜਲਾਲਦੀਨ ਪੀਰ ਜੀ, ਉਹਨਾਂ ਨੂੰ ਦਰਗਾਹ ਦੇ ਵਿੱਚ ਕੋਈ ਥਾਂ ਨਹੀਂ ਹੈ। ਉੱਥੇ ਧਰਮ ਰਾਜਾ ਲੇਖਾ ਰੱਬ ਮੰਗੇਸੀਆ, ਤੂੰ ਆਹੋ ਕਿਹੜੇ ਕੰਮ। ਉੱਥੇ ਲੇਖਾ ਧਰਮ ਰਾਏ ਜਬ ਲੇਖਾ ਮੰਗੈ, ਉੱਥੇ ਧਰਮ ਰਾਏ ਜਦੋਂ ਲੇਖਾ ਮੰਗਦਾ ਉਹਨਾਂ ਨੂੰ ਗੱਲ ਨਹੀਂ ਆਉਂਦੀ। ਆਵਾ ਗਾਨ ਬਿਖਾ ਪਰਮਾਈ। ਉੱਥੇ ਫਿਰ ਮਾਰ ਪੈਂਦੀ ਹੈ। ਤੇ ਜਦੋਂ ਉਹ ਹਿਸਾਬ ਕਿਤਾਬ ਤੋਂ ਬਾਅਦ ਆ ਕਹਿੰਦੇ ਇਹਨੂੰ ਜੂਨਾਂ 'ਚ ਸੁੱਟੋ, ਉਹਨਾਂ ਦਾ ਜੰਮ ਕੇ ਆਉਣਾ, ਮਰ ਕੇ ਜਾਣਾ, ਇਹਦੇ ਵਿੱਚ ਹੀ ਭਰਮੇ ਰਹਿੰਦੇ ਆ। ਬਿਨ ਸਤਿਗੁਰ ਸੇਵੈ ਬਹੁਤਾ ਦੁੱਖ ਲਾਗਾ, ਜੁਗ ਚਾਰੇ ਭਰਮਾਈ। ਚਾਰੇ ਜੁਗਾਂ 'ਚ ਹੀ ਭਰਮਦੇ ਫਿਰਦੇ, ਕੁੱਤੇ ਬਿੱਲੀਆਂ ਬਣਦੇ। ਲੱਖ 84 ਜੋਨ ਮਝਾਰੀ। ਲੱਖ 84 ਜੂਨਾਂ ਵਿੱਚ ਉਹ ਫਿਰਦੇ ਆ, ਜਿਹੜੇ ਪਰਮੇਸ਼ਰ ਤੋਂ ਵਾਂਝੇ ਹੋਏ ਆ, ਸਖਣੇ ਹੋ ਕੇ ਦੇ ਆਪਣੇ ਆਪ ਨੂੰ ਮੁੱਖ ਸਮਝਦੇ ਹਨ। ਆਏ ਜਾਏ ਦੁੱਖ ਪਾਵਹਿ ਭਾਰੀ। ਜੰਮ ਕੇ ਆਉਂਦੇ ਐ ਤੇ ਉਦੋਂ ਬੜਾ ਦੁੱਖ ਪਾਉਂਦੇ ਮਾਂ ਦੇ ਪੇਟ ਵਿੱਚ। ਫਿਰ ਜਨਮ ਲੈ ਕੇ ਬਚਪਨੇ 'ਚ ਹੱਠ ਕਰਕੇ ਬੜਾ ਦੁੱਖ ਪਾਉਂਦੇ ਐ। ਜਵਾਨੀ ਵਿੱਚ ਬੜਾ ਦੁੱਖ ਪਾਉਂਦੇ ਵਿਸ਼ਿਆਂ ਕਰਕੇ, ਗੁੱਸੇ ਖੋਰੇ ਹੋ ਜਾਂਦੇ ਐ, ਲੜਾਈ ਝਗੜੇ ਕਈ ਕੁਝ ਕਰਦੇ ਐ। ਗ੍ਰਸਤ ਜੀਵਨ ਵਿੱਚ ਪੈ ਕੇ ਮੋਹ ਦੇ ਮਾਰੇ ਦੁਖੀ ਹੁੰਦੇ ਐ। ਬੁਢੇਪੇ ਵਿੱਚ ਝੂਰਦੇ ਹੋਏ ਦੁਖੀ ਹੁੰਦੇ ਐ। ਮਰਨ ਵੇਲੇ ਜਾਨ ਔਖੀ ਹੁੰਦੀ, ਉਦੋਂ ਦੁਖੀ ਹੁੰਦੇ ਆ। ਫਿਰ ਲੇਖਾ ਦਿੰਦੇ, ਉਦੋਂ ਦੁਖੀ ਹੁੰਦੇ ਆ। ਐਵੇਂ ਮਰ ਕੇ
ਜਾਂਦੇ ਆ ਜੰਮ ਕੇ ਆਉਂਦੇ, ਭਾਰੀ ਦੁੱਖ ਪਾਉਂਦੇ ਆ ਇਹੋ ਜਿਹੇ ਸਾਡੇ ਵਰਗੇ ਮਨਮੁਖ। ਸਭ ਸਿੰਧੀ ਬੋਲਿਓ ਯੁਧ ਪ੍ਰੀਤੀ। ਤਦੋਂ ਇਹ ਜਿਹੜਾ ਸਿੰਧੀ ਬਰੀਦ ਸੀ ਨਾ ਪੀਰ ਦਾ, ਉਹ ਬੜੀ ਪ੍ਰੀਤੀ ਸਹਿਤ ਬੋਲਿਆ ਪੀਰ ਜੀ ਨੂੰ। ਤੁਮ ਪਰਚੇ ਮਿਲ ਕੇ ਭਲ ਰੀਤੀ। ਕਹਿੰਦਾ ਪੀਰ ਜੀ ਤੁਸੀਂ ਤੇ ਚੰਗੀ ਰੀਤੀ ਨਾਲ ਮਿਲ ਕੇ ਗੁਰੂ ਨਾਨਕ ਸਾਹਿਬ ਦਰਵੇਸ਼ ਜੀ ਨਾਲ ਪਰਚੇ ਰਹੇ ਹੋ, ਆਪਣੇ ਬਚਨ ਬਲਾਸ ਪੁੱਛਦੇ ਰਹੇ ਹੋ। ਮਕਸਦ ਮੋਰ ਨਾ ਹਾਸਲ ਹੋਇਆ। ਪਰ ਹੇ ਪੀਰ ਜੀ ਜਿਹੜਾ ਮੇਰਾ ਮਕਸਦ ਸੀ ਵੀ ਮੈਂ ਪੁੱਛਣਾ ਚਾਹੁੰਦਾ ਸਾਂ, ਉਹ ਤੇ ਉਹਦੇ ਵਿੱਚ ਤੇ ਮੈਨੂੰ ਨਹੀਂ ਨਾ ਕੁਝ ਹਾਸਲ ਹੋਇਆ। ਜੋ ਮੈਂ ਪੁੱਛਣਾ ਚਾਹੁੰਦਾ ਸਾਂ ਮੇਰਾ ਮਤਲਬ ਤੇ ਨਹੀਂ ਨਾ ਪੂਰਾ ਹੋਇਆ। ਆਏ ਪ੍ਰਥਮ ਜੋ ਬਚਨ ਬਗੋਇਆ। ਜੋ ਮੈਂ ਪਹਿਲਾਂ ਆ ਕੇ ਤੁਹਾਡੇ ਕੋਲ ਬਚਨ ਕਿਹਾ ਸੀ ਵੀ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ, ਵੀ ਪੀਰ ਜੀ ਆ ਸ਼ਬਦ ਦਾ ਮੈਨੂੰ ਅਰਥ ਨਹੀਂ ਸਮਝ ਪੈ ਰਿਹਾ, ਮੈਂ ਪੁੱਛਣਾ ਚਾਹੁੰਦਾ। ਉਹ ਤੇ ਮੈਂ ਪੁੱਛਿਆ ਨਹੀਂ, ਮੇਰਾ ਮਤਲਬ ਤੇ ਨਹੀਂ ਨਾ ਪੂਰਾ ਹੋਇਆ। ਸੁਨਤ ਪੀਰ ਨਾ ਗਿਰਾ ਬਖਾਨੀ। ਸੁਣ ਕੇ ਪੀਰ ਨੇ ਬਚਨ ਕਿਹਾ ਸਤਿਗੁਰੂ ਜੀ ਨੂੰ। ਤੁਮ ਜਾਣੇ ਮੈਂ ਸਭ ਗੁਣ ਖਾਨੀ। ਗੁਰੂ ਨਾਨਕ ਸਾਹਿਬ ਦਰਵੇਸ਼ ਜੀ ਮੈਂ ਤੁਹਾਨੂੰ ਜਾਣ ਲਿਆ ਵੀ ਤੁਸੀਂ ਸਾਰੇ ਗੁਣਾਂ ਦੀ ਖਾਣੀ ਹੋ ਜੀ। ਸਿੰਧੀ ਏਕ ਮਾਇਨਾ ਹੇਤੂ। ਇਹ ਜੋ ਮੇਰਾ ਸੇਵਕ ਹੈ ਨਾ ਸਿੰਧੀ ਮਰੀਦ, ਇਹ ਜਿਹੜਾ ਆਪ ਜੀ ਦਾ ਸ਼ਬਦ ਹੈ ਵੀ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ, ਹੇ ਗੁਰੂ ਨਾਨਕ ਸਾਹਿਬ ਜੀ ਉਸ ਤੁਕ ਦੇ ਅਰਥ ਵਾਸਤੇ ਬਾਰ ਬਾਰ ਪੁੱਛ ਪ੍ਰੀਤ ਸਮੇਤ। ਬਾਰ ਬਾਰ ਜਿਹੜਾ ਬੜੀ ਪ੍ਰੀਤੀ ਨਾਲ ਮੈਨੂੰ ਪੁੱਛਦਾ ਹੈ ਜੀ। ਸੋ ਬਤਾਏ ਇਸ ਨਾਸਹ ਸੰਸਾਰ। ਉਹ ਗੁਰੂ ਨਾਨਕ ਸਾਹਿਬ ਜੀ ਤੁਸੀਂ ਦੱਸ ਦਿਓ ਉਹ ਸਵਾਲ ਦਾ ਉੱਤਰ, ਉਹ ਸ਼ਬਦ ਤੁਕ ਦਾ ਉੱਤਰ, ਉਹਦਾ ਅਰਥ ਮਾਇਨਾ, ਜਿਸ ਕਰਕੇ ਇਸ ਮੇਰੇ ਮਰੀਦ ਦਾ ਸੰਸਾ ਨਾਸ ਹੋ ਜਾਏ। ਰਾਵਰ ਕੀ ਅਨਕੀਨ ਪ੍ਰਸ਼ੰਸਾ। ਆਪ ਜੀ ਦੀ ਇਹਨੇ ਬੜੀ ਵਡਿਆਈ ਕੀਤੀ ਹੈ ਮੇਰੇ ਕੋਲ ਆ ਕੇ। ਜਾਤੇ ਦਰਸ਼ਨ ਭਇਓ ਤੁਮਾਰਾ। ਗੁਰੂ ਨਾਨਕ ਸਾਹਿਬ ਜੀ ਮੈਂ ਤੇ ਧੰਨ ਹੋ ਗਿਆ, ਇਹ ਮੇਰਾ ਮਰੀਦ ਹੀ ਧੰਨ ਹੈ ਜਿਹਦੇ ਆਸਰੇ ਕਰਕੇ ਮੈਨੂੰ ਤੁਹਾਡਾ ਹੀ ਦਰਸ਼ਨ ਹੋ ਗਿਆ, ਮੇਰੇ ਤੇ ਜਨਮ ਹੀ ਸਫਲ ਹੋ ਗਿਆ ਹੈ। ਸਫਲ ਜਨਮ ਹੋਇਓ ਸੁਖ ਭਾਰਾ। ਮੇਰਾ ਜਿਹੜਾ ਮਨੁੱਖ ਜਨਮ ਲਿਆ ਹੋਇਆ ਨਾ ਸੰਸਾਰ ਦੇ, ਇਹ ਮਹਾਰਾਜ ਸੋ ਸਫਲ ਹੋ ਗਿਆ, ਮੈਨੂੰ ਭਾਰੀ ਸੁਖ ਹੋ ਗਿਆ ਹੈ ਅੱਜ। ਮ੍ਰਿਦਲ ਮਧੁਰ ਮੁਖ ਗਿਰਾ ਉਚਾਰੀ। ਮਿੱਠੇ ਤੇ ਬੜੇ ਪਿਆਰੇ ਜਿਹੜੇ ਬਚਨ ਹੈ ਸਤਿਗੁਰ ਜੀ ਨੇ ਮੁਖੋਂ ਚਾਰੇ ਕਹੇ। ਸੁਨ ਜਲਾਲ ਇੱਕ ਰੀਤ ਸਿਖਾਰੀ। ਇਹ ਜਲਾਲ ਪੀਰ ਜੀ ਸੁਣਾ ਕਰੋ, ਇੱਕ ਰੀਤੀ ਬੜੀ ਸੌਖੀ ਹੈ। ਜਾਹੇ ਕੁਲਫ ਕੀ ਜੋ ਹੈ ਕੁੰਜੀ। ਕਹਿਣ ਲੱਗੇ ਐ ਵੀ ਹੇ ਪੀਰ ਜੀ ਆ ਜਿਨ੍ਹਾਂ ਸਿਆਣੇ ਕਹਿੰਦੇ ਵੀ ਜਿਹੜੇ ਜਿੰਦਰੇ ਦੀ ਹੋਵੇ ਨਾ ਕੁੰਜੀ, ਇਸ ਬਿਨ ਖੋਲ ਸਕਾ ਨਾ ਦੂਜੀ। ਉਸ ਕੁੰਜੀ ਤੋਂ ਬਿਨਾ ਦੂਸਰੀ ਕੁੰਜੀ ਉਹ ਪਹਿਲੇ ਜੰਦਰੇ ਨੂੰ ਖੋਲ ਨਹੀਂ ਸਕਦੀ। ਤੁਮ ਤੇ ਸੁਨ ਹੈ ਮਾਇਨਾ ਜਬ ਹੀ। ਇਸੇ ਤਰ੍ਹਾਂ ਇਹ ਪੀਰ ਜੀ ਜਦੋਂ ਤੁਹਾਡੇ ਤੋਂ ਇਹ ਸੁਣੇਗਾ ਨਾ ਤੁਹਾਡਾ ਸੇਵਕ ਅਰਥ, ਭਾਵ ਵੀ ਜੇ ਅਸੀਂ ਇਹਨੂੰ ਕਹਾਂਗੇ ਨਾ ਅਰਥ ਸੁਣਾਵਾਂਗੇ ਤੇ ਇਹਨੂੰ ਸਮਝ ਨਹੀਂ ਪਏਗੀ ਤੇ ਇਹਨੂੰ ਭਰੋਸਾ ਵੀ ਨਹੀਂ ਬੱਝੇਗਾ। ਇਹ ਸੋਚੇਗਾ ਵੀ ਮੇਰੇ ਗੁਰੂ ਨੇ ਨਹੀਂ ਦੱਸਿਆ, ਇਹ ਦੂਸਰੇ ਨੇ ਦੱਸਿਆ, ਇਹਨੂੰ ਯਕੀਨ ਨਹੀਂ ਹੋਏਗਾ। ਇਸ ਕਰਕੇ ਜਿਹੜੀ ਉਹਦੇ ਭਰਮ ਰੂਪੀ ਜਿੰਦਰੇ ਨੂੰ ਤੇਰੇ ਪੀਰ ਜੀ ਬਚਨਾ ਰੂਪੀ ਕੁੰਜੀ ਖੋਲ ਸਕਦੀ ਹੈ। ਜੇ ਤੁਸੀਂ ਇਸ ਤੁਕ ਦਾ ਅਰਥ ਇਹਨਾਂ ਨੂੰ ਸੁਣਾਓਗੇ ਆਪਣੇ ਮਰੀਦ ਨੂੰ ਤੇ ਇਹਨੂੰ ਭਰੋਸਾ ਜ਼ਿਆਦਾ ਬੱਝੇਗਾ, ਇਹਦਾ ਭਰਮ ਰੂਪੀ ਜਿੰਦਰਾ ਖੁੱਲ੍ਹ ਜਾਏਗਾ ਤੁਹਾਡੇ ਬਚਨਾ ਰੂਪੀ ਕੁੰਜੀ ਨਾਲ। ਜਿਸ ਕਰਕੇ ਗੁਰੂ ਸਾਹਿਬ ਜੀ ਕਹਿਣ ਲੱਗੇ ਤੁਮ ਤੇ ਸੁਨਹਿ ਮਾਇਨਾ ਜਬ ਹੀ। ਹੇ ਪੀਰ ਜੀ ਜਦੋਂ ਇਹ ਤੁਹਾਡੇ ਤੋਂ ਮਾਇਨਾ ਅਰਥ ਸੁਣੇਗਾ ਇਸ ਤੁਕ ਦਾ, ਖਾਤਰ ਜਮਾ ਹੋਏ ਔਰ ਤਬ ਹੀ। ਤੁਹਾਡੇ ਇਹਦੇ ਹਿਰਦੇ ਵਿੱਚ ਤਦੋਂ ਹੀ ਜਿਹੜਾ ਹੈ ਤਸੱਲੀ ਹੋ ਜਾਏਗੀ ਵੀ ਮੇਰੇ ਗੁਰੂ ਨੇ ਮੈਨੂੰ ਸਿੱਖਿਆ ਦਿੱਤੀ, ਮੇਰੇ ਪੀਰ ਨੇ। ਜੇ ਤੁਮ ਕਹੋ ਨਾ ਹਮ ਤੇ ਆਵਹ। ਚਲੋ ਜੇ ਤੁਸੀਂ ਇਹ ਗੱਲ ਕਹੋ ਵੀ
ਇਸ ਪਦੇ ਦਾ ਇਸ ਤੁਕ ਦਾ ਸਾਨੂੰ ਨਹੀਂ ਅਰਥ ਆਉਂਦਾ, ਸਮਝ ਨਹੀਂ ਆਉਂਦੀ। ਕਰਹੁ ਰੀਤ ਅਸ ਜੈਸ ਬਤਾਵਹਿ। ਜੇ ਇਸ ਤਰ੍ਹਾਂ ਅਸੀਂ ਦੱਸਾਂਗੇ ਨਾ ਫਿਰ ਪੀਰ ਜੀ ਉਸੇ ਤਰ੍ਹਾਂ ਦੀ ਰਹੁ ਰੀਤੀ ਕਰ ਕਰਾ ਲਓ ਤੁਸੀਂ। ਚੱਲ ਕੇ ਮੱਕੇ ਪਹੁੰਚੋ ਜਬਹਿ। ਜਦੋਂ ਤੁਸੀਂ ਇੱਥੋਂ ਚੱਲ ਕੇ ਤੇ ਜੋ ਅਰਬ ਦੇਸ਼ ਵਿੱਚ ਮੱਕਾ ਹੈ, ਮੱਕੇ ਵਿੱਚ ਜੋ ਕਾਬਾ ਮੰਦਰ ਹੈ, ਜਦੋਂ ਉੱਥੇ ਤੁਸੀਂ ਪਹੁੰਚੋਗੇ ਹੱਜ ਕਰਦੇ। ਤੁਮਰੀ ਨਿਸਾ ਹੋਏ ਹੈ ਤਬਹਿ। ਜਲਾਲਦੀਨ ਪੀਰ ਜੀ ਤੁਹਾਡੀ ਤਸੱਲੀ ਉਦੋਂ ਉਸੇ ਵੇਲੇ ਹੋ ਜਾਏਗੀ ਵੀ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ। ਇਹਦਾ ਅਰਥ ਕੀ ਹੈ? ਲਖਨ ਮਾਇਨੇ ਜੇ ਚਿਤ ਚਾਹੀ। ਜੇ ਤੁਸੀਂ ਚਿੱਤ ਵਿੱਚ ਇੱਛਾ ਕਰਦੇ ਹੋ ਨਾ ਇਸ ਤੁਕ ਦੇ ਮਾਇਨੇ ਅਰਥ ਨੂੰ ਜਾਣਨ ਦੀ। ਗਮਨਹੁ ਅਬ ਬਿਲੰਬ ਕਰਨਾਹੀ। ਇਹ ਪੀਰ ਜੀ ਹੁਣ ਤੁਸੀਂ ਕੋਈ ਦੇਰੀ ਨਾ ਕਰੋ, ਸਮਾਂ ਨਾ ਗਵਾਓ, ਹੁਣੇ ਚੱਲ ਜਾਓ, ਹੱਜ ਨੂੰ ਚੱਲ ਪਾਓ ਮੱਕੇ ਮਦੀਨੇ ਨੂੰ। ਸੁਨ ਜਲਾਲ ਬੋਲਿਓ ਧਰ ਭਾਉ। ਸੁਣ ਕੇ ਜਲਾਲਦੀਨ ਪੀਰ ਬੜਾ ਪ੍ਰੇਮ ਧਾਰ ਕੇ ਰੱਖ ਕੇ ਬੋਲਿਆ ਸਤਿਗੁਰੂ ਜੀ ਨੂੰ। ਆਪ ਰਹੋ ਤਬ ਲੋ ਇਸ ਥਾਉ। ਠੀਕ ਮਹਾਰਾਜ ਦਰਵੇਸ਼ ਜੀ, ਮੈਂ ਮੱਕੇ ਆਪ ਜੀ ਦੀ ਆਗਿਆ ਨਾਲ ਚਲਿਆ ਜਾਂਦਾ ਜਾਂ ਹੱਜ ਕਰਨ, ਤੇ ਜਿੰਨਾ ਚਿਰ ਮੈਂ ਉੱਥੋਂ ਹੱਜ ਕਰਕੇ ਇਸ ਥਾਂ ਵਾਪਸ ਨਹੀਂ ਨਾ ਆ ਜਾਂਦਾ, ਆਪ ਜੀ ਇੱਥੇ ਟਿਕੇ ਰਹੋ। ਤਬ ਮੈਂ ਜਾਏ ਮਾਇਨਾ ਪੂਰਨਾ। ਤਦੋਂ ਮੈਂ ਜਾ ਕੇ ਜਦੋਂ ਮੇਰਾ ਅਰਥ ਪਰਿਪੂਰਨ ਹੋ ਜਾਏਗਾ, ਮੈਨੂੰ ਤੁਕ ਦਾ ਅਰਥ ਮਾਇਨਾ ਮਿਲ ਜਾਏਗਾ। ਸੁਨ ਕਰ ਬਾਹਰ ਆਏ ਹਾਂ ਤੂਰਨਾ। ਇਹ ਦਰਵੇਸ਼ ਜੀ ਮੈਂ ਛੇਤੀ ਨਾਲ ਹੀ ਮੁੜ ਕੇ ਵਾਪਸ ਆ ਜਾਵਾਂਗੇ ਉਸ ਅਰਥ ਨੂੰ ਸੁਣ ਕੇ। ਗੁਰੂ ਕਹਿ ਹਮ ਇਹ ਥਲ ਬੈਸੇ। ਗੁਰੂ ਸਾਹਿਬ ਜੀ ਕਹਿਣ ਲੱਗੇ ਪੀਰ ਜੀ ਤੁਸੀਂ ਜਾਓ ਮੱਕੇ ਨੂੰ ਹੱਜ ਕਰਨ ਲਈ ਚਲੇ ਜਾਓ ਛੇਤੀ ਛੇਤੀ, ਤੇ ਅਸੀਂ ਜਿੰਨਾ ਚਿਰ ਤੁਸੀਂ ਵਾਪਸ ਨਹੀਂ ਨਾ ਆ ਜਾਂਦੇ ਉਨਾ ਚਿਰ ਅਸੀਂ ਇੱਥੇ ਤੁਹਾਡੇ ਸਥਾਨ 'ਤੇ ਬੈਠੇ ਰਹਾਂਗੇ। ਆਵਹ ਬੂਝ ਨਾ ਬਿਲ ਮਹ ਕੈਸੇ। ਤੁਸੀਂ ਛੇਤੀ ਜਾਓ ਤੇ ਪੁੱਛ ਕੇ ਆ ਜਾਓ, ਕਿਸੇ ਤਰ੍ਹਾਂ ਵੀ ਕੋਈ ਦੇਰੀ ਨਾ ਕਰੋ ਜੀ। ਤਬ ਜਲਾਲ ਨਹਿ ਸਮਾਨੀ। ਤਦੋਂ ਜਲਾਲ ਪੀਰ ਨੇ ਸਤਿਗੁਰ ਜੀ ਦੀ ਆਗਿਆ ਮੰਨੀ ਹੈ। ਨਿਜ ਮਰੀਦ ਬੁਲਵਾਏ ਬਖਾਨੀ। ਆਪਣਾ ਜੋ ਸਿੰਧੀ ਮਰੀਦ ਸੇਵਕ ਸੀ ਉਹਨੂੰ ਬੁਲਾ ਕੇ ਤੇ ਕਿਹਾ, ਹੈ ਮੇਰੇ ਸੇਵਕਾ, ਇਨ ਦਰਵੇਸ਼ਨ ਸੋ ਧਰ ਭਾਉ। ਇਹ ਮੇਰੇ ਮਰੀਦ ਆ ਜਿਹੜੇ ਦਰਵੇਸ਼ ਆਏ ਨਾ ਗੁਰੂ ਨਾਨਕ ਸਾਹਿਬ, ਇਹਨਾਂ ਉੱਤੇ ਵੀ ਤੂੰ ਸਾਡੇ ਪਿੱਛੋਂ ਬੜਾ ਪ੍ਰੇਮ ਪਿਆਰ ਹੀ ਰੱਖਣਾ ਧਾਰਨਾ ਹੈ। ਸੇਵ ਕਰੋ ਜਬ ਲੋ ਨਹ ਆਓ। ਜਿੰਨਾ ਚਿਰ ਮੈਂ ਮੱਕੇ ਕਾਬੇ ਮੰਦਰ ਦਾ ਹੱਜ ਕਰਕੇ ਵਾਪਸ ਨਹੀਂ ਨਾ ਆ ਜਾਂਦਾ, ਉਹਨਾਂ ਚਿਰ ਤੂੰ ਸੇਵਾ ਕਰ ਤਗੜਿਆਂ ਹੋ ਕੇ, ਇਹਨਾਂ ਦੀ ਸੇਵਾ ਵਿੱਚ ਫਰਕ ਨਾ ਪੈਣ ਦੇਈ। ਚਰਨ ਬੰਦ ਕਰ ਗਏ ਬਹਾਰੀ। ਐਵੇਂ ਉਹ ਪੀਰ ਜਲਾਲਦੀਨ ਸਤਿਗੁਰੂ ਜੀ ਦੇ ਚਰਨਾਂ 'ਤੇ ਨਮਸਕਾਰ ਕਰਕੇ ਫਿਰ ਮੱਕੇ ਨੂੰ ਚਲਾ ਗਿਆ। ਇੰਨਾ ਤਗੜਾ ਪੀਰ ਜਲਾਲਦੀਨ ਜੀ ਤੇ ਸਤਿਗੁਰੂ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ, ਕਿਉਂਕਿ ਜਾਣਦੇ ਵੀ ਉੱਚ ਦੇ ਪੀਰ ਗੁਰੂ ਨਾਨਕ ਸਾਹਿਬ ਹੀ ਹੈ। ਤੇ ਉਹ ਪੀਰ ਦੇ ਜਿਹੜੇ ਸਮਦ੍ਰਿਸ਼ਟੀ ਵਾਲੇ ਪੀਰ ਹੈ, ਪਰਮੇਸ਼ਰ ਰੂਪ ਹੈ, ਉਹ ਸਾਧ ਸੰਗਤ ਜੀ ਜਿਵੇਂ ਦਰਵੇਸ਼ਾਂ ਫਕੀਰਾਂ ਸੰਤਾਂ ਮਹਾਤਮਾ ਦਾ ਉਹ ਭਾਵੇਂ ਕਿਸੇ ਫਿਰਕੇ 'ਚ ਹੋਣ ਉਹਨਾਂ ਦਾ ਸਤਿਕਾਰ ਕਰਦੇ। ਅੱਜ ਜਿਨ੍ਹਾਂ ਪੀਰਾਂ ਨੂੰ ਅਸੀਂ ਮੰਨੀ ਜਾਂਦੇ ਹਾਂ ਉਹ ਤਾਂ ਸਾਧ ਸੰਗਤ ਜੀ ਉਹਨਾਂ ਦੀ ਨਿਮਰਤਾ ਤੇ ਕੀ ਹੋਣੀ ਹੈ। ਅੱਜ ਜਿੱਦਣ ਹੀ ਕਿਤੇ ਮੰਗਲ ਵੀਰਵਾਰ ਢਿੱਲ ਹੋ ਗਈ ਉਦਣ ਹੀ ਉਹਨਾਂ ਨੇ ਪਹਿਰਾ ਸਖਤ ਕਰ ਦੇਣਾ ਸ਼ਾਮ ਰਾਤ ਨੂੰ ਹੀ। ਐਵੇਂ ਅਸੀਂ ਆਪ ਹੀ ਜਿਹੜੇ ਹੈ ਸਾਧ ਸੰਗਤ ਜੀ ਇਹੋ ਜਿਹਾ ਕੁਝ ਸੇੜ ਲੈਨੇ ਔਖੇ ਹੋਣ ਵਾਸਤੇ। ਪਹਿਲਾਂ ਅਸੀਂ ਛੋਹ ਲੈਂਦੇ ਹਾਂ ਵੀ ਸੁਖੀ ਰਵਾਂਗੇ, ਫਿਰ ਜਦੋਂ ਮੰਨਣੋਂ ਹਟ ਜਾਂਦੇ ਫਿਰ ਦੁਖੀ ਦੂਣੇ ਹੋ ਜਾਂਦੇ ਹਾਂ। ਇਹਦਾ ਕੀ ਫਾਇਦਾ ਇਹੋ ਜਿਹੀ ਦਾਤਾਂ ਲਈਆਂ ਦਾ। ਦਾਤਾਂ ਉਹ ਨਾ ਮੰਗੀਏ ਫਿਰ ਮੰਗਣ ਜਾਈਏ, ਉਹ ਦਾਤ ਹੀ ਨਾ ਮੰਗੀਏ ਜਿਹੜੀ ਫਿਰ ਮੰਗਣੀ ਪਵੇ। ਕੀ ਫਾਇਦਾ ਜੇ ਆਪਾਂ ਕਿਸੇ ਨੂੰ ਮੰਨ ਕੇ ਆਪਣੇ ਘਰ ਸੁੱਖ ਲੈ ਆਉਂਦੇ, ਫਿਰ ਸਾਰੇ ਸੁੱਖ ਹੀ ਗਵਾ ਲਏ ਤਾਂ ਨਾ ਹੀ ਮੰਨੇ ਚੰਗਿਆ ਸੀ। ਆ ਸਦਾ ਹੀ ਸਗੋਂ ਉਹਦੇ ਪਹਿਲਾਂ ਵਾਲਾ ਚੰਗਾ ਸੀ, ਜਿਹੜਾ ਸੁੱਖ ਆ ਗਿਆ ਚਲਿਆ ਗਿਆ ਉਹਦੇ ਸਗੋਂ ਰੋਣਾ ਪਿੱਟਣਾ ਜ਼ਿਆਦਾ ਹੀ ਪੈ ਜਾਂਦਾ ਹੈ। ਐਵੇਂ ਐਨੇ ਤਗੜੇ ਜਿਹੜੇ ਪੀਰ ਹੋਏ ਆ ਤੇ ਉਹ ਪੀਰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਮੱਥਾ ਟੇਕਦੇ ਆ। ਜਾਹਰ ਪੀਰ ਜਗਤ ਗੁਰ ਬਾਬਾ,
ਗੁਰੂ ਨਾਨਕ ਸਾਹਿਬ ਜੀ ਤੋਂ ਵੱਡਾ ਕਿਹੜਾ ਪੀਰ ਹੈ ਭਾਈ ਲੋਕੋ। ਚਰਨ ਬੰਦ ਕਾ ਗਇਓ ਬਹੋਰੀ। ਐਵੇਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਮੱਥਾ ਟੇਕ ਕੇ ਜਲਾਲਦੀਨ ਪੀਰ ਹੱਜ ਕਰਨ ਕਾਬੇ ਚਲਿਆ ਗਿਆ। ਪ੍ਰਭ ਜੀ ਰਹੇ ਆਪ ਤਿਸ ਠਾਰੀ। ਗੁਰੂ ਨਾਨਕ ਸਾਹਿਬ ਜੀ ਪੀਰ ਵਾਲੇ ਸਥਾਨ ਤੇ ਉੱਥੇ ਹੀ ਟਿਕੇ ਰਹੇ। ਕਿਤਕ ਦਿਵਸ ਜਬ ਰਹਿਤ ਬਿਤਾਏ। ਕਿੰਨੇ ਦਿਨ ਜਦੋਂ ਰਹਿੰਦਿਆਂ ਇੱਥੇ ਪੀਰਖਾਨੇ ਵਿੱਚ ਹੀ ਲੰਘਾਏ ਬਿਤਾਏ ਐ। ਮੂਲੇ ਸੋ ਗੁਰ ਬਚਨ ਲਾਏ। ਗੁਰੂ ਸਾਹਿਬ ਜੀ ਨੇ ਭਾਈ ਮੂਲਾ ਜੋ ਨਾਲ ਸੀ ਉਹਨੂੰ ਫਿਰ ਬਚਨ ਕਹੇ ਪਰਖਣ ਵਾਸਤੇ। ਇਹ ਜੋ ਕਹਿੰਦਾ ਵੀ ਜਿਉਣਾ ਝੂਠ ਹੈ ਮਰਨਾ ਸੱਚ ਹੈ, ਇਹ ਕੋਈ ਨਿਸ਼ਚਾ ਯਕੀਨ ਦ੍ਰਿੜ ਪੱਕਾ ਵੀ ਹੈਗਾ ਕਿ ਜਾਂ ਮੂੰਹ ਨਾਲ ਹੀ ਕਹਿ ਦਿੱਤਾ ਹੈ ਵੀ ਜਾਂ ਉਹ ਟਕੇ ਵਾਸਤੇ ਲਾਲਚ ਨਾਲ ਹੀ ਕਹਿ ਦਿੱਤਾ ਹੈ। ਤੇ ਗੁਰੂ ਸਾਹਿਬ ਜੀ ਪਰਖਣ ਵਾਸਤੇ ਫਿਰ ਇਸ ਤਰ੍ਹਾਂ ਬਚਨ ਕਹੇ। ਕਰਾ ਵਿਰੋਧ ਜੋ ਤਵ ਸੰਗ ਇਕ ਨਾਰਾ। ਮਹਾਰਾਜ ਕਹਿਣ ਲੱਗੇ ਭਾਈ ਮੂਲੇ ਆ ਜਿਹੜਾ ਤੇਰੇ ਨਾਲ ਇੱਕ ਪੁਰਸ਼ ਤੇਰੇ ਸਿਆਲਕੋਟ ਸ਼ਹਿਰ ਵਿੱਚ ਹੀ ਰਹਿੰਦਾ ਤੇਰੇ ਨਾਲ ਵੈਰ ਵਿਰੋਧ ਕਰਦਾ ਹੈ ਕੋਈ। ਆਜ ਗਇਓ ਸੋ ਚੱਲ ਤੁਮਰੇ ਘਰ। ਉਹ ਅੱਜ ਨਾ ਚੱਲ ਕੇ ਤੇਰੇ ਘਰ ਗਿਆ ਤੇਰੀ ਘਰਵਾਲੀ ਪਾਸ। ਕਰਤ ਈਰਖਾ ਕੂਰ ਬਖਾਨਾ। ਉਹ ਤੇਰੇ ਨਾਲ ਈਰਖਾ ਕਰਦਾ ਹੈ ਜਿਸ ਕਰਕੇ ਈਰਖਾ ਕਰਦਾ ਕਰਦਾ ਨੇ ਝੂਠ ਅੱਜ ਤੇਰੀ ਘਰਵਾਲੀ ਨੂੰ ਕਿਹਾ ਹੈ। ਇੱਕ ਨਰ ਤੇ ਮੈਂ ਸੁਣਾਈ ਕਾਨਾ। ਉਹ ਕੀ ਕਿਹਾ ਜਾ ਕੇ ਅੱਜ ਉਹਨੇ ਭਾਈ ਮੂਲੇ ਸੁਣ ਲਾ। ਉਹ ਕਹਿ ਰਿਹਾ ਅੱਜ ਵੀ ਇੱਕ ਮੂਲੇ ਦੀ ਘਰਵਾਲੀ ਮੈਂ ਇੱਕ ਪੁਰਸ਼ ਤੋਂ ਇਸ ਤਰ੍ਹਾਂ ਆਪਣੇ ਕੰਨਾਂ ਵਿੱਚ ਸੁਣੀ ਹੈ ਗੱਲ। ਮੂਲਾ ਗਇਓ ਜੋ ਸੰਗ ਫਕੀਰੰ। ਜੋ ਮੂਲਾ ਹੈ ਨਾ ਤੇਰਾ ਘਰ ਵਾਲਾ ਤੇ ਜਿਹੜੇ ਫਕੀਰਾਂ ਨਾਲ ਗਿਆ ਹੋਇਆ ਹੈ। ਜਾਤ ਅਚਾਨਕ ਤਦਿ ਸਰੀਰੰ। ਉਹ ਜਾਂਦਿਆਂ ਜਾਂਦਿਆਂ ਅਚਨਚੇਤ ਦੀ ਐਸੀ ਗੱਲ ਹੋਈ ਮੈਂ ਸੁਣੀ ਹੈ ਵੀ ਉਹਨੇ ਸਰੀਰ ਛੱਡਤਾ ਤੇਰੇ ਘਰ ਵਾਲੇ ਨੇ। ਇਵ ਸੁਨ ਕਾ ਤਵ ਤ੍ਰਿਯ ਤਿਹ ਠਾਰਾ। ਇਹ ਮੂਲੇ ਐਵੇਂ ਸੁਣ ਕੇ ਉਹ ਈਰਖਾਲੂ ਪੁਰਸ਼ ਤੋਂ ਜਿਹੜੀ ਤੇਰੀ ਘਰ ਵਾਲੀ ਹੈ ਉਹ ਉਸ ਥਾਂ ਤੇ ਜਾ ਕੇ ਜਰਨ ਹੇਤ ਕਰ ਲੀਨ ਸਿਧ ਓਰਾ। ਆਪਣੇ ਆਪ ਨੂੰ ਸੜਾਉਣ ਮਚਾਉਣ ਵਾਸਤੇ ਨਾ ਵੀ ਮੈਂ ਸੜ ਕੇ ਸਦੀ ਹੋ ਜਾਣਾ। ਐਵੇਂ ਉਹਨੇ ਹੱਥ ਵਿੱਚ ਸਧੌਰਾ ਕਹੀਏ ਨਾਰੀਅਲ ਲੈ ਲਿਆ ਹੈ। ਜਿਵੇਂ ਸਤੀਆਂ ਉਹ ਨਾਰੀਅਲ ਸੰਧੂਰ ਆਦਿਕ ਲੈ ਕੇ ਚਿਖਾ ਤੇ ਸੌਂ ਕੇ ਆਪਣੇ ਆਪ ਸੜ ਕੇ ਮਰ ਜਾਂਦੀਆਂ ਵੀ ਹੁਣ ਪਤੀ ਨਹੀਂ ਰਿਹਾ ਤੇ ਮੈਂ ਵੀ ਨਹੀਂ ਰਹਿਣਾ ਹੈ। ਐਵੇਂ ਹੈ ਭਾਈ ਮੂਲੇ ਤੇਰੀ ਘਰਵਾਲੀ ਨੇ ਹੱਥ ਵਿੱਚ ਨਾਰੀਅਲ ਲੈ ਲਿਆ ਮਰਨ ਵਾਸਤੇ। ਸਭ ਸਮਾਜਕ ਕੀਨ ਤਿਆਰੀ। ਸਾਰੇ ਸਾਜੋ ਸਮਾਜ ਦੀ ਉਹਨੇ ਤਿਆਰੀ ਵੀ ਕਰ ਲਈ ਹੈ ਤੇ ਸਮਾਜ ਕਹੀਏ ਲੋਕ ਵੀ ਬੜੇ ਇਕੱਠੇ ਕਰ ਲਏ ਹੈ ਉਹਨੇ। ਸਤੀ ਹੋਣ ਲਾਗੀ ਹਿਤਕਾਰੀ। ਜੋ ਤੇਰੇ ਨਾਲ ਮੋਹ ਪ੍ਰੇਮ ਕਰਦੀ ਹੈ ਨਾ ਤੇਰੇ ਹਿੱਤ ਕਰਨ ਵਾਲੀ ਤੇਰੀ ਘਰਵਾਲੀ ਉਹ ਸਤੀ ਹੋਣ ਲੱਗੀ ਹੈ। ਭਾਵ ਆਪਣੇ ਆਪ ਨੂੰ ਸਾੜ ਕੇ ਮਰਨ ਲੱਗੀ ਹੈ। ਆਪ ਸਮੀਪ ਜੇ ਪਹੁੰਚ ਜਾਈ। ਏ ਭਾਈ ਮੂਲਾ ਜੇ ਤੂੰ ਹੁਣ ਆਪਣੀ ਪਤਨੀ ਦੇ ਕੋਲ ਪਹੁੰਚ ਸਕਦਾ ਜਾ ਕੇ। ਬਚਹਿ ਤੀਯ ਤਵ ਸਦਨ ਬਸਾਈ। ਫੇਰ ਤੇ ਤੇਰੀ ਘਰ ਵਾਲੀ ਜਿਹੜੀ ਮਰਨੋਂ ਬਚ ਸਕਦੀ ਹੈ। ਤੇਰਾ ਘਰ ਜਿਹੜਾ ਹੱਸਦਾ ਵਸਦਾ ਰਹਿ ਸਕਦਾ ਹੈ। ਨਾ ਤਰ ਜੇ ਬਿਰਾਗ ਦ੍ਰਿੜ ਧਾਰਾ। ਬਾਕੀ ਵੀ ਨਹੀਂ ਤੇ ਜੇ ਤੂੰ ਵੀ ਪੱਕਾ ਹੀ ਵਿਰਾਗ ਹੀ ਦ੍ਰਿੜ ਧਾਰਿਆ ਇਹਦੇ ਵਿੱਚ ਵੀ ਚਲੋ ਇਹਦੇ ਜਿਉਣਾ ਝੂਠ ਮਰਨਾ ਸੱਚ ਹੀ ਹੈ। ਜੇ ਘਰ ਵਾਲੀ ਮਰਨੀ ਲੱਗੀ ਚਲੋ ਜੇ ਇਹਦੀ ਆਏਗੀ ਉਹਨੇ ਮਰਨਾ ਹੀ ਹੈ। ਜੇ ਵੀ ਤੇਰੇ ਮਨ ਵਿੱਚ ਪੱਕਾ ਹੀ ਦ੍ਰਿੜ ਵਿਰਾਗ ਹੈ ਤਜਹ ਮੋਹ ਕੋ ਕਰਹੁ ਸੰਗਾਰਾ। ਫਿਰ ਤੂੰ ਮੋਹ ਨੂੰ ਛੱਡ। ਚਲੋ ਜੇ ਤੇਰੀ ਘਰ ਵਾਲੀ ਮਰ ਚੱਲੀ ਨਾ ਉਹ ਮੋਹ ਛੱਡ ਤੇ ਤੂੰ ਆ ਸਾਡਾ ਹੀ ਸਾਥ ਕਰ ਸਾਡੇ ਨਾਲ ਹੀ ਰਹਿ ਫਿਰ ਮੂਲੇ। ਸੁਣ ਤਹਿ ਭਇਓ ਸ਼ੋਭ ਮਨ ਮਾਹੀ। ਹੁਣ ਇੱਧਰ ਮੋਹ ਤੇ ਨਹੀਂ ਨਾ ਕੋਈ ਮਰਿਆ ਹੈ। ਉਹ ਤੇ ਕਹਿਣ ਮਾਤਰ ਹੀ ਸੀ ਸਾਡੇ ਲੋਕਾਂ ਵਾਂਗ ਵੀ ਮੈਂ ਗੁਰੂ ਨੂੰ ਮੰਨਦਾ ਹਾਂ ਮੈਂ ਮੰਨਦਾ ਹਾਂ ਪਰ ਮੰਨਦੇ ਤੇ ਅਸੀਂ ਕੁਝ ਨਹੀਂ। ਐਵੇਂ ਗੱਲਾਂ ਹੀ ਮੂੰਹ ਦੀਆਂ ਵੀ ਜੋ ਜੀਏ ਸੋ ਉਗਵੇ ਮੋਹ ਕਾ ਕਹਿਆ ਵਾਹ ਮੂੰਹ ਦੀ ਹਵਾ ਹੀ ਹੈ ਜਿਹੜੀ ਛੱਡੀ ਜਾਂਦੇ ਆ। ਉਸੇ ਤਰ੍ਹਾਂ ਇਹ ਹਾਲਤ ਹੋਈ ਪਈ ਸੀ ਜਦੋਂ ਸੁਣਿਆ ਵੀ ਮੇਰੀ ਘਰਵਾਲੀ ਜਿਹੜੀ ਸੜ ਕੇ ਮਰ ਚੱਲੀ ਹੈ
ਤੇ ਮੂਲ ਭਾਈ ਮੂਲੇ ਦੇ ਤੇ ਮਨ ਵਿੱਚ ਬੜਾ ਸ਼ੋਭ ਘਬਰਾਹਟ ਜੀ ਹੋਈ ਹੈ। ਬਹਿਓ ਮੋਹ ਮਹਿ ਧੀਰਜ ਨਾਹੀ। ਫਿਰ ਤੇ ਮੋਹ 'ਚ ਹੀ ਰੁੜ ਗਿਆ। ਉਹ ਇੰਨੇ ਦਿਨ ਬਤਾਏ ਘਰ ਵਾਲੀ ਮਰ ਜਾਏਗੀ, ਹੌਸਲਾ ਹੀ ਨਹੀਂ ਰਿਹਾ, ਧੀਰਜ ਹੀ ਨਹੀਂ ਰਹੀ। ਕਹਿਣ ਲੱਗਿਓ ਮਮ ਦੂਰ ਵਾਸਾ। ਫਿਰ ਉਹ ਘਬਰਾਹਟ ਨਾਲ ਹੀ ਕਹਿਣ ਲੱਗਿਆ, ਮਹਾਰਾਜ ਕੀ ਕਰਾਂ, ਮੇਰਾ ਦੇ ਘਰ ਹੀ ਇੱਥੋਂ ਬੜਾ ਦੂਰ ਹੈ। ਕਿਸ ਪ੍ਰਕਾਰ ਪਹੁੰਚਾਂ ਤਿਸ ਪਾਸਾ। ਉਹ ਆਪਣੀ ਘਰ ਵਾਲੀ ਜਿਹੜੀ ਸੜ ਕੇ ਮਰ ਚੱਲੀ, ਮਹਾਰਾਜ ਮੈਂ ਕਿਸ ਤਰ੍ਹਾਂ ਉੱਥੇ ਪਹੁੰਚਾਂ। ਬਹੁਤ ਦਿਵਸ ਕੋ ਪੰਥ ਮਝਾਰਾ। ਜੇ ਮੈਂ ਹੁਣ ਤੁਰ ਪਵਾਂ, ਬਹੁਤੇ ਦਿਨਾਂ ਦਾ ਰਸਤਾ ਹੈ ਰਾਹ ਵਿੱਚ। ਸੋ ਜਾਮਿਕ ਮੈਂ ਜਰ ਹੋਇ ਇਸ਼ਾਰਾ। ਤੇ ਜਿਹੜੀ ਮੇਰੀ ਘਰ ਵਾਲੀ ਮਹਾਰਾਜ ਉਹ ਤੇ ਸੜ ਮੱਚ ਕੇ ਇੱਕ ਪੈਰ ਵਿੱਚ ਹੀ ਸਵਾਹ ਹੋ ਜਾਏਗੀ, ਉੱਥੇ ਤੇ ਰਹਿਣਾ ਕੱਖ ਨਹੀਂ ਮੇਰੇ ਜਾਂਦਿਆਂ। ਕੈਸੇ ਉਬਰ ਅਬ ਮਮ ਨਾਰੀ। ਗੁਰੂ ਮਹਾਰਾਜ ਜੁਗਤੀ ਦੱਸੋ, ਮੇਰੀ ਜਿਹੜੀ ਘਰ ਵਾਲੀ ਨਾ ਜਿਹਦੇ ਨਾਲ ਮੈਂ ਸਾਥ ਗੁਜ਼ਾਰਨਾ ਚਾਹੁੰਦਾ, ਉਹ ਮਹਾਰਾਜ ਕਿਵੇਂ ਬਚੇਗੀ ਭਲਾ ਹੁਣ। ਸ਼ਰਮ ਰਖੋ ਮੈਂ ਸ਼ਰਨ ਤੁਮਾਰੀ। ਮੈਂ ਤੁਹਾਡੀ ਸ਼ਰਨ ਆਇਆ ਮਹਾਰਾਜ, ਮੈਨੂੰ ਸ਼ਰਨ ਵਿੱਚ ਰੱਖ ਲਓ, ਮੈਨੂੰ ਸ਼ਰਨ ਆਇਆ ਦੀ ਮੇਰੀ ਲੱਜਿਆ ਰੱਖ ਲਓ ਜੀ। ਤੁਮ ਜੇ ਕਰਹੁ ਪਚਾਵਨ ਮੋਹੀ। ਜੇ ਤੁਸੀਂ ਮਹਾਰਾਜ ਮੈਨੂੰ ਪਹੁੰਚਾਉਣਾ ਕਰ ਦਿਓ, ਮੈਨੂੰ ਪਹੁੰਚਾ ਦਿਓ ਮੇਰੇ ਘਰ। ਤ੍ਰਿਯ ਤਨ ਤਬਹਿ ਬਚਾਵਨ ਹੋਹੀ। ਮਹਾਰਾਜ ਮੈਂ ਆਪਣੀ ਘਰ ਵਾਲੀ ਦਾ ਜਿਹੜਾ ਸਰੀਰ ਤਾਂ ਹੀ ਬਚਾ ਸਕਦਾ, ਨਹੀਂ ਤੇ ਸਵਾਹ ਹੋ ਜਾਏਗੀ ਜਾਂਦਿਆਂ ਨੂੰ। ਆਪ ਸਮਰੱਥ ਸਰਬ ਪ੍ਰਕਾਰਾ। ਆਪ ਜੀ ਤੇ ਸਰਬ ਕਲਾ ਸਮਰੱਥ ਹੋ, ਸਭ ਤਰ੍ਹਾਂ ਨਾਲ ਤਾਕਤ ਵਾਲੇ ਹੋ ਜੀ। ਤੁਮ ਬਿਨ ਮੋਰ ਨਾ ਅੰਤ ਆਧਾਰਾ। ਗੁਰੂ ਸਾਹਿਬ ਜੀ ਮੈਨੂੰ ਤੇ ਤੁਹਾਡੇ ਬਿਨਾ ਹੋਰ ਕਿਸੇ ਦਾ ਆਸਰਾ ਹੀ ਨਹੀਂ ਹੈ, ਤੁਸੀਂ ਮੇਰੇ ਹੀ ਆਸਰਾ ਹੋ। ਮੁਸਕਾਨੇ ਸੁਨ ਕੇ ਗੁਣ ਖਾਨੀ। ਗੁਣਾਂ ਦੀ ਖਾਨ ਸਤਿਗੁਰੂ ਜੀ ਸੁਣ ਕੇ ਹੱਸੇ ਹੈ ਵੀ ਆਹ ਸੋਨੇ ਦੇ ਟਕੇ ਵਾਸਤੇ ਐਵੇਂ ਲਿਖ ਦਿੱਤਾ ਸੀ ਵੀ ਜਿਉਣਾ ਝੂਠ ਹੈ, ਮਰਨਾ ਸੱਚ ਹੈ। ਹੈਗਾ ਹੈ ਬਾਣੀਏ ਵੀ ਝੂਠਾ ਹੀ ਲੱਗਦਾ ਸਾਨੂੰ। ਕਹਿਓ ਕਿ ਜੇ ਤੈਂ ਅਸ ਮਨ ਮਾਨੀ। ਗੁਰੂ ਮਹਾਰਾਜ ਕਹਿੰਦੇ ਵੀ ਭਾਈ ਮੂਲਾ ਛੱਡ ਤੂੰ ਸਾਡਾ ਸਾਥ ਕੀ ਲੈਣਾ ਸਾਡੇ ਕੋ ਦਰਵੇਸ਼ਾਂ ਕੋ, ਤੇ ਜੈ ਤੈਂ ਅਸ ਦੁਬਾਰਾ ਪੜ੍ਹ। ਕਹਿਓ ਕਿ ਜੇ ਤੈਂ ਅਸ ਮਨ ਮਾਨੀ। ਮਹਾਰਾਜ ਕਹਿੰਦੇ ਵੀ ਤੂੰ ਸਾਡਾ ਸਾਥ ਛੱਡ, ਤੇ ਜੇ ਤੂੰ ਵੀ ਇਸ ਤਰ੍ਹਾਂ ਮਨ 'ਚ ਮੰਨੀ ਵੀ ਘਰ ਵਾਲੀ ਨਾ ਕਿਤੇ ਚਲੀ ਜਾਏ, ਤੇ ਆ ਜੂਣਾ ਝੂਠ ਮਾਰਨਾ ਸੱਚ ਤਲੇ ਤੇ ਮੂੰਹ ਦੀਆਂ ਗੱਲਾਂ ਹੀ ਨਿਭਾਉਣੀਆਂ ਬੜੀਆਂ ਔਖੀਆਂ। ਜੇ ਤੂੰ ਘਰ ਵਾਲੀ ਨੂੰ ਬਚਾਉਣਾ ਚਾਹੁੰਦਾ ਮਨ ਵਿੱਚ ਜਾਣਿਆ ਹੈ। ਦੋਨੋਂ ਆਪਣੇ ਮੁੰਦਹ ਲੋਚਨ। ਸਾਰੀਆਂ ਗੱਲਾਂ ਛੱਡ ਤੇ ਮਹਾਰਾਜ ਕਹਿੰਦੇ ਦੋਵੇਂ ਆਪਣੇ ਨੇਤਰ ਤੂੰ ਬੰਦ ਕਰ ਲਾ, ਮੀਟ ਲਾ। ਜਾਏ ਮਿਲਹ ਕਰ ਸੋਚ ਵਿਮੋਚਨ। ਜਾ ਕੇ ਮਿਲ ਤੇ ਸਾਰੀਆਂ ਸੋਚਾਂ ਨੂੰ ਕੱਟ ਦੇ, ਛੱਡ ਦੇ। ਇਹ ਨਹੀਂ ਤੇਰੇ ਕੋਲ ਕੁਝ ਵੀ ਹੋਣਾ, ਜਾ ਕੇ ਆਪਣੀ ਘਰ ਵਾਲੀ ਨੂੰ ਮਿਲ ਲਾ। ਆਏ ਸਮਾਨ ਕੀਨ ਜਬ ਐਸੋ। ਜਦੋਂ ਸਤਿਗੁਰ ਜੀ ਦੀ ਆਗਿਆ ਮੰਨ ਕੇ ਐਸੀ ਇਸ ਤਰ੍ਹਾਂ ਹੀ ਕੀਤਾ, ਨੇਤਰ ਬੰਦ ਕੀਤੇ ਐ। ਖੋਲ ਬਿਲੋਕਿਓ ਨਿਜ ਕਰ ਬੈਸੋ। ਤੇ ਜਦੋਂ ਨੇਤਰ ਬੰਦ ਕੀਤੇ ਆਗਿਆ ਮੰਨ ਕੇ ਨੇਤਰ ਖੋਲੇ ਐ, ਉਸੇ ਵੇਲੇ ਕੀ ਦੇਖਿਆ ਵੀ ਆਪਣੇ ਘਰ ਹੀ ਬੈਠਾ ਹੋਇਆ ਹੈ। ਜਰਤ ਆਪਣੀ ਤੀ ਉਬਾਰੀ। ਆਪਣੀ ਜਿਹੜੀ ਸੜਦੀ ਮੱਚਦੀ ਘਰ ਵਾਲੀ ਨਾ ਜਿਹੜੀ ਨਾਰੀਅਲ ਲਈ ਫਿਰਦੀ ਸੀ, ਉਸ ਨੂੰ ਘਰ ਦੀ ਨੂੰ ਬਚਾਇਆ ਵੀ ਕਿੱਥੇ ਤੂੰ ਮਰਦੀ, ਮੈਂ ਤੇ ਜਿੰਦਾ ਹਾਂ। ਲੱਗਿਓ ਕਰਨ ਪੂਰਬ ਸਮਕਾਰੀ। ਇਸ ਤਰ੍ਹਾਂ ਗੁਰੂ ਅੰਗਦ ਦੇਵ ਸਾਹਿਬ ਜੀ ਉਹ ਭਾਈ ਮੂਲਾ ਮੋਹ ਦਾ ਮਾਰਿਆ ਹੋਇਆ, ਜਿਵੇਂ ਘਰ ਵਿੱਚ ਪਹਿਲਾਂ ਕੰਮ ਕਰਦਾ ਸੀ ਨਾ ਆਪਣੀ ਦੁਕਾਨਦਾਰੀ, ਉਸੇ ਤਰ੍ਹਾਂ ਹੀ ਕੰਨ ਲੱਗ ਪਿਆ ਤੇ ਸਤਿਗੁਰ ਜੀ ਦਾ ਸਾਥ ਛੱਡ ਕੇ ਤੇ ਘਰੇ ਚਲਾ ਗਿਆ। ਉੱਥੇ ਫਿਰ ਉਹ ਵਿਚਾਰਾ ਬੈਠਾ ਰਿਹਾ, ਭਾਵ ਘਰ ਦੇ ਕੰਮਾਂ ਧੰਦੇ 'ਚ ਉਸੇ ਤਰ੍ਹਾਂ ਲੱਗ ਗਿਆ। ਇਹ ਮੋਹ ਦੇ ਕਰਕੇ ਹੀ ਆ ਸਭ ਕੁਝ। ਰੋਜ਼ ਜਿਹੜੇ ਗੁਰੂ ਕੇ ਸਿੱਖ ਨਿਤਨੇਮ ਕਰਦੇ ਹੈ, ਉਹਨਾਂ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਰੋਜ਼ ਸਿੱਖਿਆ ਸਾਨੂੰ ਦਿੰਦੇ ਵਿੱਚ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕੋ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। हे ਭਾਈ ਤੂੰ ਸੱਚ ਜੀ ਸਮਾ ਜਾ,
ਇਹ ਜਿਨ੍ਹਾਂ ਨੂੰ ਤੂੰ ਵੇਖਦਾ ਫਿਰਦਾ ਤੇਰੇ ਨਾਲ ਨਹੀਂ ਹੈ। ਅਤੇ ਮਨੁੱਖ ਵਿਚਾਰਾ ਹਮੇਸ਼ਾ ਨਾਲ ਮੇਰੀ ਕਰਦਾ ਕਰਦਾ ਹੀ ਵਿਚਾਰਾ ਅੰਤ ਨੂੰ ਚਲਿਆ ਜਾਂਦਾ ਹੈ। ਜਿਹੜੇ ਮੇਰੇ ਜਿਨ੍ਹਾਂ ਨੂੰ ਕਰਦਾ ਸੀ ਉਹ ਵੱਖਰਾ ਹੋ ਜਾਂਦਾ ਹੈ। ਜਦੋਂ ਜੀਵ ਆਤਮਾ ਸਰੀਰ 'ਚੋਂ ਨਿਕਲਦਾ ਫਿਰ ਜੀਓ ਜਾਏ ਅਕੇਲਾ। ਇਹ ਜੀਵ ਆਤਮਾ ਇਕੱਲਾ ਹੀ ਜਾਂਦਾ, ਉਹਦੇ ਨਾਲ ਕੋਈ ਨਹੀਂ ਜੇ ਖੜਾ ਹੁੰਦਾ। ਅਤੇ ਇਹ ਵੀ ਕਿੱਥੇ ਪਰਮੇਸ਼ਰ ਹੈ, ਗੁਰੂ ਨਾਨਕ ਸਾਹਿਬ ਸੰਗ ਸਾਥ ਮਿਲਿਆ ਹੈ। ਅਤੇ ਸਾਧ ਸੰਗਤ ਜੀ ਉਹ ਸੰਗ ਸਾਥ ਛੱਡ ਕੇ ਅਤੇ ਘਰ ਵਿੱਚ ਜਾ ਕੇ ਪਰਚ ਗਿਆ। ਉਸੇ ਤਰ੍ਹਾਂ ਦੁਕਾਨਦਾਰੀ ਸ਼ੁਰੂ ਕਰ ਦਿੱਤੀ। ਅਤੇ ਫਿਰ ਜਿਵੇਂ ਬੇਮੁਖ ਗੁਰੂ ਸਾਹਿਬ ਜੀ ਤੋਂ ਹੋਇਆ ਅੱਗੇ ਉਹ ਪ੍ਰਸੰਗ ਆਉਣਾ ਹੈ। ਹਜੇ ਬੇਮੁਖ ਮਹਾਰਾਜ ਤੋਂ ਹੋ ਜਾਂਦਾ, ਇਹਦੀ ਮੌਤ ਹੋ ਜਾਂਦੀ ਹੈ। ਅਤੇ ਕਿੰਨੀਆਂ ਜੂਨਾਂ ਵਿੱਚ ਪਿਆ ਕਿੱਥੇ ਇਹਦਾ ਘਰ ਸਿਆਲਕੋਟ ਵਿੱਚ, ਉੱਥੇ ਚੜ੍ਹਾਈ ਕਰਦਾ ਹੈ। ਜੂਨਾਂ 'ਚ ਭਟਕਦਾ ਅਤੇ ਸ੍ਰੀ ਹਜ਼ੂਰ ਸਾਹਿਬ ਜਾ ਕੇ ਆਧਾਰ ਹੁੰਦਾ ਦਸਵੇਂ ਪਾਤਸ਼ਾਹ ਪਾਸੋਂ, ਜਿੱਥੇ ਅੱਜ ਕੱਲ੍ਹ ਸ੍ਰੀ ਸ਼ਿਕਾਰ ਘਾਟ ਸਾਹਿਬ ਗੁਰਦੁਆਰਾ ਸਾਹਿਬ ਸੁਭਾਈਮਾਨ ਹੈ। ਉੱਥੇ ਖਰਗੋਸ਼ ਬਣਿਆ ਪਿਆ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੀਰ ਮਾਰ ਕੇ ਉਧਾਰ ਕੀਤਾ ਸੀ, ਜੇ ਕੋ ਗੁਰ ਤੇ ਵੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸ਼ਬਦ ਸੁਣਾਏ, ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਵਿਚਾਰ ਕੇ ਦੇਖ ਲਓ, ਜਿਹੜੇ ਗੁਰੂ ਤੋਂ ਬੇਮੁਖ ਹੋ ਜਾਣ ਕਦੇ ਉਹ ਗੁਰੂ ਨਾਲ ਮਿਲ ਨਹੀਂ ਸਕਦੇ। ਉਹ ਤਾਂ ਮਿਲ ਸਕਦੇ ਜੇ ਗੁਰੂ ਪਾਸ ਹੀ ਆ ਜਾਣ। ਅਤੇ ਗੁਰੂ ਸਾਹਿਬ ਜੀ ਦੀਆਂ ਦਾਤਾਂ ਲੈਣ ਲਈ ਤਾਂ ਅਸੀਂ ਕੁਝ ਖੱਟ ਸਕਦੇ, ਜੇ ਗੁਰੂ ਕਾ ਅੰਮ੍ਰਿਤ ਪਾਨ ਕਰੀਏ ਫਿਰ ਗੁਰੂ ਤੋਂ ਬੇਮੁਖਤਾਈ ਛੁੱਟ ਸਕਦੀ ਹੈ। ਕਈ ਵਿਚਾਰੇ ਇੰਨੇ ਭੁਲੱਕੜ ਹੈ, ਪਤਾ ਨਹੀਂ ਵੀ ਉਹ ਕੀ ਜਵਾਬ ਦੇਣਗੇ ਰੱਬ ਦੇ ਘਰ ਜਾ ਕੇ। ਉਹ ਅੰਮ੍ਰਿਤ ਛਕ ਲੈਣਗੇ, ਫਿਰ ਭੰਗ ਕਰਕੇ ਅਤੇ ਕੋਈ ਪੁੱਛੇਗਾ ਵੀ ਹਾਂ ਵੀ ਤੂੰ ਤਾਂ ਅੰਮ੍ਰਿਤ ਛਕਿਆ ਸੀ, ਹੱਸ ਕੇ ਕਹਿਣਗੇ ਤਾੜੀ ਮਾਰ ਕੇ ਉਹਦੇ ਭੰਗ ਹੋ ਗਿਆ ਜੀ। ਵੀ ਜਿਵੇਂ ਬੜੀ ਖੁਸ਼ੀ ਦੀ ਗੱਲ ਹੁੰਦੀ ਹੈ। ਅੰਮ੍ਰਿਤ ਭੰਗ ਨਹੀਂ ਹੋਇਆ ਭਾਈ, ਤੂੰ ਭੰਗ ਹੋ ਗਿਆ। ਅੰਮ੍ਰਿਤ ਤਾਂ ਅੱਜ ਵੀ ਹੈਗਾ ਹੈ। ਅੰਮ੍ਰਿਤ ਜੇ ਅੰਮ੍ਰਿਤ ਹੀ ਭੰਗ ਹੋ ਗਿਆ ਤਾਂ ਫਿਰ ਰਹਿਣਾ ਇੱਥੇ ਕਿੰਨੇ ਹੈ। ਅੰਮ੍ਰਿਤ ਨਾ ਹੀ ਅੰਮ੍ਰਿਤ ਹੈ, ਭਾਵ ਮ੍ਰਿਤਿਉ ਤੋਂ ਜੋ ਰਹਿਤ ਹੈ। ਅਤੇ ਜੋ ਮ੍ਰਿਤਿਉ ਤੋਂ ਰਹਿਤ ਕਰ ਦੇਣ ਵਾਲਾ ਉਹਨੂੰ ਅੰਮ੍ਰਿਤ ਕਿਹਾ ਜਾਂਦਾ। ਇਹ ਅੰਮ੍ਰਿਤ ਭੰਗ ਹੋ ਗਿਆ। ਅੰਮ੍ਰਿਤ ਨਹੀਂ ਭੰਗ ਹੁੰਦਾ, ਭੰਗ ਅਸੀਂ ਹੋਏ ਪਏ ਹਾਂ। ਤਾੜੀ ਮਾਰ ਕੇ ਗੱਜ ਵੱਜ ਕੇ ਕਹਾਂਗੇ ਤਾਂ ਜਾਣਦੇ ਉਹਦੇ ਭੰਗ ਕਰ ਦਿੱਤਾ ਮੈਂ। ਕਿ ਕੀਤਾ ਤੂੰ ਚੰਗੀ ਕਰਤੂਤ ਤੇ ਕੋਈ ਕੀਤੀ ਨਹੀਂ ਨਾ, ਮਾੜੀ ਕੀਤੀ ਹੈ। ਕੋਈ ਗਮ ਕਰ, ਕੋਈ ਅਫਸੋਸ ਕਰ, ਕਿਹਨੂੰ ਕਹਿਣ ਡਿਆ ਵੀ ਤੂੰ ਅੰਮ੍ਰਿਤ ਭੰਗ ਹੋ ਗਿਆ। ਸਗੋਂ ਤੈਨੂੰ ਤਾਂ ਰੋਣਾ ਚਾਹੀਦਾ, ਮਹਾਰਾਜ ਵੀ ਤੇਰੇ ਤੋਂ ਟੁੱਟ ਕੇ ਬੇਮੁਖ ਹੋ ਗਏ, ਬੜੇ ਭਾਗ ਮਾੜੇ ਮੇਰੇ। ਕਈ ਵਿਚਾਰਿਆਂ ਨੇ ਮੈਂ ਭੰਗ ਕੀਤੇ ਆ, ਦੇਸ਼ਾਂ ਵਿਦੇਸ਼ਾਂ ਜਾਣ ਲਈ ਵੀ ਗਾਤਰੇ ਲਾ ਦਿੱਤੇ, ਕਹਿੰਦੇ ਜ਼ਿੰਦਗੀ ਮਾਣੀ ਹੈ, ਵੇਖਾਂਗੇ ਕੀ ਬਣਨਾ ਬਾਅਦ 'ਚ। ਆ ਜਗ ਡਿੱਠਾ ਅਗਲਾ, ਆ ਜਗ ਮਿੱਠਾ ਅਗਲਾ ਕਹਿਣ ਡਿੱਠਾ, ਆ ਜਗ ਮਿੱਠਾ ਅੱਗੇ ਕਿਹਨੇ ਵੇਖਿਆ। ਐਵੇਂ ਉਹ ਭੁਲੱਕੜ ਵਿਚਾਰੇ ਲੋਕ ਭੁੱਲੇ ਰਹਿ ਜਾਂਦੇ ਆ। ਫਿਰ ਗੁਰੂ ਤੋਂ ਬੇਮੁਖ ਹੋਇਆਂ ਨੂੰ ਮਾਰ ਹੈ, ਜੂਨਾਂ ਬਰਾਬਰ ਹੁੰਦੀਆਂ। ਜਿਵੇਂ ਇਹ ਵਿਚਾਰਾ ਮੂਲਾ ਘਰ ਚਲਾ ਗਿਆ, ਘਰ ਵਾਲੀ ਪਿੱਛੇ ਲੱਗ ਕੇ ਬੇਮੁਖ ਹੋ ਗਿਆ, ਅਤੇ ਘਰ ਵਾਲੀ ਨੇ ਤਾਂ ਨਹੀਂ ਨਾ ਬਾਅਦ 'ਚ ਛਡਾਇਆ ਹੈ। ਛਡਾਇਆ ਤਾਂ ਫਿਰ ਉਹ ਸਤਿਗੁਰੂ ਨੇ ਛੱਡਿਆ ਹੈ ਨਾ, ਉਹ ਸ਼ਰਨ ਪੈਣੇ ਕਰਕੇ। ਇਵੇਂ ਸਾਧ ਸੰਗਤ ਜੀ ਮਹਾਰਾਜ ਦੇ ਚਰਨਾਂ ਨਾਲ ਲੱਗ ਕੇ ਰਹੀਏ। ਇੱਥੇ ਪ੍ਰਸੰਗ ਦੀ ਸਮਾਪਤੀ ਹੈ ਜੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰ ਦੇ ਮੂਲੇ ਕੋ ਜਲਾਲ ਕੋ ਪ੍ਰਸੰਗਾ ਵਰਨਨ ਨਾਮ 31ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਅਖੀਰਲੇ ਹਿੱਸੇ ਦੇ 31 ਅਧਿਆਏ ਸਮਾਪਤ ਹੋ ਗਏ ਹਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ। ਆਇ ਸਮਾਨ ਕੀਨ ਜਬ ਐਸੋ ਖੋਲ ਬਿਲੋਕਿਓ ਨਿਜ ਘਰ ਬੈਸੋ ਜਰਤ ਆਪਣੀ ਤੀ ਉਬਾਰੀ ਲੱਗਿਓ ਕਰਨ ਪੂਰਬ ਸਮਕਾਰੀ
ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ ਮੂਲੇ ਕੋ ਜਲਾਲ ਕੋ ਪ੍ਰਸੰਗ ਵਰਨਨੰ ਨਾਮ 31ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।